ਉਹ ਸਾਨੂੰ ਸੌਖਾ ਤੇ ਸਿੱਧਾ ਨਹੀਂ ਦੱਸਣਗੇ। ਜਦੋਂ ਅਸੀਂ ਲਿਸਨਿੰਗ ਦਾ ਪੇਪਰ ਦੇ ਰਹੇ ਹਾਂ, ਸਾਨੂੰ ਪਹਿਲਾਂ ਇੱਕ ਚੀਜ਼ ਦਿਮਾਗ ਦੇ ਵਿੱਚ ਬਿਠਾ ਲੈਣੀ ਚਾਹੀਦੀ ਹੈ, ਨਹੀਂ ਇਹਦੇ ਸਵਾਲ ਦੇ ਵਿੱਚ ਕੁਝ ਤਾਂ ਗੜਬੜੀ ਹੋਏਗੀ। ਜਿਹੜਾ ਪੇਪਰ ਹੈ ਨਾ ਬੜਾ ਸੋਚ ਸਮਝ ਕੇ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਤੁਹਾਡੀ ਸਾਰੀ ਸਕਿੱਲਸ ਟੈਸਟ ਹੁੰਦੀਆਂ। ਕਿੰਨੀ ਪ੍ਰੈਕਟਿਸ ਦੀ ਲੋੜ ਆਪਾਂ ਘਰੇ ਵੀ ਕਰ ਸਕਦੇ ਹਾਂ, ਜਿੱਦਾਂ ਮਤਲਬ ਕਿ ਜਦੋਂ ਟਾਈਮ ਮਿਲਦਾ। ਕਈ ਲੋਕ ਕਹਿੰਦੇ ਆ ਕਿ ਮੈਂ ਸਵੇਰੇ 9 ਵਜੇ ਚੱਲ ਜਾਂਦੀ ਆ, ਰਾਤੀ ਸ਼ਾਮੀ 4 ਵਜੇ ਵਿਹਲੇ ਕਰਦੇ ਆ ਸਾਨੂੰ। ਗਲਤ ਤਰ੍ਹਾਂ ਦੀ ਪ੍ਰੈਕਟਿਸ ਅਸੀਂ ਜਿਨ 'ਚ 6 ਘੰਟੇ ਵੀ ਕਰ ਲਈਏ ਤੇ ਅਸੀਂ ਉੱਥੇ ਹੀ ਰਹਿ ਜਾਾਂਗੇ ਜਿੱਥੇ ਅਸੀਂ ਸ਼ੁਰੂ ਕੀਤਾ ਸੀ। ਜਦੋਂ ਤੁਸੀਂ ਇੱਕ ਵਰਡ ਦਾ ਸਿਨੋਨਿਮ ਯਾਦ ਕੀਤਾ ਹੈ, ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਉਹਦਾ ਕੰਟੈਕਸਟ ਆਫ ਯੂਜ਼ੇਜ ਨਹੀਂ ਪਤਾ। ਬੈਠਕ ਵਿਦ ਵਰੁਣ ਕੌਰ ਮਾਨ ਦੇ ਵਿੱਚ ਅੱਜ ਪਾਰਟ B ਲੈ ਕੇ ਫਿਰ ਤੋਂ ਮੈਂ ਹਾਜ਼ਰ ਹਾਂ। ਆਇਲਸ ਦੇ ਉੱਪਰ ਅਸੀਂ ਗੱਲਬਾਤ ਕੀਤੀ ਸੀ ਪਿਛਲੀ ਵਾਰ ਪਾਰਟ A ਦੇ ਵਿੱਚ। ਫਿਰ ਤੋਂ ਅਨੂ ਕਿਰਨ ਜੀ ਸਾਡੇ ਨਾਲ ਨੇ, ਜਿਨ੍ਹਾਂ ਨੇ ਖੂਬ ਮਿਹਨਤ ਕੀਤੀ ਹੈ ਲਿਸਨਿੰਗ ਦੇ ਵਿੱਚ। 9 ਬੈਂਡ ਆਏ ਔਰ ਓਵਰਆਲ 8.5 ਬੈਂਡ ਆਏ। ਦੂਸਰਿਆਂ ਨੂੰ ਵੀ ਇੰਗਲਿਸ਼ ਦੀ ਟ੍ਰੇਨਿੰਗ ਦੇ ਨਾਲ ਆਇਲਸ ਦੀ ਟ੍ਰੇਨਿੰਗ ਵੀ ਇਹ ਦਿੰਦੇ ਨੇ। ਔਰ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਸੋ ਕਰਦੇ ਹਾਂ ਸ਼ੁਰੂਆਤ ਗੱਲਾਂ ਬਾਤਾਂ ਦੀ। ਮੇਰਾ ਅੱਜ ਦਾ ਸਵਾਲ ਹੈ, ਐਗਜ਼ਾਮ ਦਾ ਮਤਲਬ ਹੀ ਹੁੰਦਾ ਔਖੀ ਚੀਜ਼। ਉਹ ਇੱਕ ਤਾਂ ਮੈਨੂੰ ਲੱਗਦਾ ਇੱਥੇ ਆਪਾਂ ਨੂੰ ਇੱਕ ਚੀਜ਼ ਕਾਮਨ ਸੈਂਸ ਇਹ ਵੀ ਆਪਣੀ ਹੋ ਜਾਣੀ ਚਾਹੀਦੀ ਹੈ ਲਿਸਨਿੰਗ ਦੇ ਵਿੱਚ। ਉਹ ਸਾਨੂੰ ਸੌਖਾ ਤੇ ਸਿੱਧਾ ਨਹੀਂ ਦੱਸਣਗੇ। ਜਦੋਂ ਅਸੀਂ ਲਿਸਨਿੰਗ ਦਾ ਪੇਪਰ ਦੇ ਰਹੇ ਹਾਂ, ਸਾਨੂੰ ਪਹਿਲਾਂ ਇੱਕ ਚੀਜ਼ ਦਿਮਾਗ ਦੇ ਵਿੱਚ ਬਿਠਾ ਲੈਣੀ ਚਾਹੀਦੀ ਹੈ, ਨਹੀਂ ਇਹਦੇ ਸਵਾਲ ਦੇ ਵਿੱਚ ਕੁਝ ਤਾਂ ਗੜਬੜੀ ਹੋਏਗੀ। ਇੱਦਾਂ ਹੁੰਦਾ ਹੈ। ਜਿਹੜਾ ਲਿਸਨਿੰਗ ਹੈ ਨਾ ਉਹ ਈਜ਼ੀ ਤੋਂ ਸਟਾਰਟ ਹੋ ਕੇ ਡਿਫਿਕਲਟ ਤੱਕ ਜਾਂਦਾ ਹੈ। ਉਹਦੇ 4 ਪਾਰਟਸ ਹੁੰਦੇ ਆ। ਇਨੀਸ਼ੀਅਲ ਵਾਲਾ ਤੁਹਾਨੂੰ ਈਜ਼ੀ ਮਿਲੇਗਾ, ਫਿਰ ਉਹਦੀ ਡਿਫਿਕਲਟੀ ਲੈਵਲ ਵੱਧਦੀ ਜਾਏਗੀ। ਹਾਂਜੀ, ਤੇ ਇਸ ਕਰਕੇ ਸੌਖਾ ਵੀ ਆਏਗਾ ਤੇ ਮੁਸ਼ਕਲ ਵੀ ਆਏਗਾ। ਇਹ ਨਹੀਂ ਹੈ ਕਿ ਸਾਰਾ ਹੀ ਪੇਪਰ ਮੁਸ਼ਕਲ। ਕਈ ਵਾਰ ਹੁੰਦਾ ਹੈ ਕੋਈ ਕੁਐਸਚਨ ਜਿਹੜੇ ਤੁਸੀਂ ਸਿਰਫ ਹੀ ਫੋਨ ਨੰਬਰ ਸੁਣ ਕੇ ਲਿਖਣਾ ਹੈ, ਉਹ ਸੌਖੇ ਵਾਲੇ ਪਾਰਟ ਆ ਜਾਂਦੇ ਬਿਗਿਨਿੰਗ ਵਿੱਚ। ਫਿਰ ਤੁਹਾਨੂੰ ਕੰਪਲੀਕੇਟਡ ਆਉਂਦੇ ਆ ਜਿਹੜੇ 3rd ਤੇ 4th ਲੈਵਲ ਵਿੱਚ, ਜਿੱਥੇ ਤੁਹਾਨੂੰ ਅੰਡਰਸਟੈਂਡ ਕਰਨਾ ਪੈਂਦਾ ਹੈ। ਕਿਉਂਕਿ ਤੁਹਾਡੀ ਜਿਹੜਾ ਪੇਪਰ ਹੈ ਨਾ ਬੜਾ ਸੋਚ ਸਮਝ ਕੇ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਤੁਹਾਡੀ ਸਾਰੀ ਸਕਿੱਲਸ ਟੈਸਟ ਹੁੰਦੀਆਂ। ਤੁਹਾਡੀ ਸੁਣ ਕੇ ਰੈਪਲੀਕੇਟ ਕਰਨ ਦੀ ਸਕਿੱਲ, ਅੰਡਰਸਟੈਂਡ ਕਰਨ ਦੀ ਸਕਿੱਲ ਤੇ ਸਾਰੀ ਚੀਜ਼ਾਂ ਸਮਝ ਕੇ ਵਿੱਚੋਂ ਚੁਣਨ ਦੀ ਚੀਜ਼, ਹਰ ਇੱਕ ਚੀਜ਼ ਤਰ੍ਹਾਂ ਦੀ ਸਕਿੱਲ ਟੈਸਟ ਕਰਨ ਵਾਸਤੇ ਟਾਈਪ ਆਫ ਕੁਐਸਚਨ ਬਣਾਏ ਜਾਂਦੇ ਆ। ਤੇ ਜਦੋਂ ਇਹ ਅਸੀਂ ਸਮਝਾਂਗੇ ਤਦ ਹੀ ਤੁਹਾਡਾ ਐਗਜ਼ਾਮ ਵਿੱਚ ਰਿਜ਼ਲਟ ਠੀਕ ਆ ਸਕਦਾ ਹੈ ਨਾ, ਕਿ ਪੁੱਛਣਾ ਕੀ ਹੈ ਉਹਨਾਂ ਨੇ ਸਾਨੂੰ। ਕਿੰਨੀ ਪ੍ਰੈਕਟਿਸ ਦੀ ਲੋੜ ਆਪਾਂ ਘਰੇ ਵੀ ਕਰ ਸਕਦੇ ਹਾਂ, ਜਿੱਦਾਂ ਮਤਲਬ ਕਿ ਜਦੋਂ ਟਾਈਮ ਮਿਲਦਾ। ਕਈ ਲੋਕ ਕਹਿੰਦੇ ਆ ਕਿ ਮੈਂ ਸਵੇਰੇ 9 ਵਜੇ ਚੱਲ ਜਾਂਦੀ ਆ, ਰਾਤੀ ਸ਼ਾਮੀ 4 ਵਜੇ ਵਿਹਲੇ ਕਰਦੇ ਆ ਸਾਨੂੰ। ਉੱਥੇ ਅਸੀਂ ਆਪਸ ਦੇ ਵਿੱਚ ਬੋਲਦੇ ਰਹਿੰਦੇ ਆ, ਸੁਣਦੇ ਰਹਿੰਦੇ ਆ, ਇੰਪਰੂਵ ਹੋ ਜਾਂਦੀ। ਇਹ ਚੀਜ਼ਾਂ ਮੈਂ ਇੰਨੇ ਕਰਦੀ ਹਾਂ ਕਿ ਕਿੰਨੇ ਘੰਟੇ ਪੜ੍ਹੇ ਆ ਤੁਸੀਂ? ਦੇਖੋ 2 ਤਰ੍ਹਾਂ ਦਾ ਵਰਕ ਹਮੇਸ਼ਾ ਮੰਨਿਆ ਜਾਂਦਾ। ਇੱਕ ਹੁੰਦਾ ਸਮਾਰਟ ਵਰਕ, ਇੱਕ ਹੁੰਦਾ ਹਾਰਡ ਵਰਕ। ਗਲਤ ਤਰ੍ਹਾਂ ਦੀ ਪ੍ਰੈਕਟਿਸ ਅਸੀਂ ਜਿਨ 'ਚ 6 ਘੰਟੇ ਵੀ ਕਰ ਲਈਏ ਤੇ ਅਸੀਂ ਉੱਥੇ ਹੀ ਰਹਿ ਜਾਾਂਗੇ ਜਿੱਥੇ ਅਸੀਂ ਸ਼ੁਰੂ ਕੀਤਾ ਸੀ। ਕਈ ਲੋਕ ਹੈਗੇ ਜਿਹੜੀ ਸਹੀ ਤਰ੍ਹਾਂ ਦੀ ਪ੍ਰੈਕਟਿਸ ਉਹਨਾਂ ਨੂੰ ਥੋੜੀ ਵੀ ਚੱਲ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਸਹੀ ਸਟਰਕਚਰ ਪਤਾ ਲੱਗ ਗਿਆ। ਥੋੜਾ ਉਹਨਾਂ ਨੇ ਕਰ ਲਿਆ, ਥੋੜਾ ਉਹ ਮੈਨੇਜ ਕਰ ਲੈਣਗੇ, ਕਿਉਂਕਿ ਉਹਨਾਂ ਨੇ ਹੋ ਸਕਦਾ ਸਕੂਲ ਕਾਲਜ ਵਿੱਚ ਇਹੋ ਜਿਹੇ ਬਹੁਤ ਸਾਰੇ ਕੰਪਰੀਹੈਂਸ਼ਨਸ ਕੀਤੇ ਹੋਣ, ਕਿਸੇ ਹੋਰ ਐਗਜ਼ਾਮ ਦੀ ਤਿਆਰੀ ਕੀਤੀ ਹੋਵੇ। ਤਾਂ ਇਹ ਹਰ ਇੰਡੀਵਿਜੂਅਲ ਡਿਫਰੈਂਟ ਹੁੰਦਾ ਹੈ। ਲੇਕਿਨ ਸਭ ਤੋਂ ਪਹਿਲਾਂ ਇਹ ਚੀਜ਼ ਧਿਆਨ 'ਚ ਰੱਖਣੀ ਹੈ ਕਿ ਜਿਹੜੀ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਨਾ, ਉਹ ਵੈਲਿਊਏਬਲ ਹੈ ਕਿ ਨਹੀਂ ਹੈ। ਕਿੰਨੇ ਘੰਟੇ ਕਰ ਰਹੇ ਹਾਂ ਉਹਦਾ ਨਹੀਂ ਮੈਟਰ। ਓਬਵੀਅਸਲੀ ਹਾਰਡ ਵਰਕ ਕਦੀ ਵੀ ਕਿਤੇ ਹਮੇਸ਼ਾ ਹੀ ਪੇ ਆਫ ਕਰਦਾ ਹੈ, ਮਿਹਨਤ। ਲੇਕਿਨ ਮਿਹਨਤ ਵੀ ਠੀਕ ਪਾਸੇ ਕਰਨੀ ਹੈ, ਕਿ ਜੇ ਉਹੀ ਗਲਤੀਆਂ ਜੇ ਅਸੀਂ ਬਾਰ-ਬਾਰ ਦੁਹਰਾ ਰਹੇ ਹਾਂ ਤੇ ਸਾਡੀ ਮਿਹਨਤ ਕੀਤੀ ਦਾ ਕੋਈ ਫਾਇਦਾ ਨਹੀਂ। ਜੇ ਉਸ ਮਿਹਨਤ ਨੂੰ ਠੀਕ ਕਰਕੇ ਅਸੀਂ 2 ਵਾਰ ਪ੍ਰੈਕਟਿਸ ਕਰ ਲਿਆ, ਉਹਨਾਂ ਵੀ ਬਹੁਤ ਹੈ। ਜੇ ਅਸੀਂ 6 ਵਾਰ ਪ੍ਰੈਕਟਿਸ ਕੀਤਾ, ਬਹੁਤ ਵਧੀਆ ਹੈ। ਲੇਕਿਨ ਇਹ ਨਹੀਂ ਹੈਗਾ ਕਿ ਉਹੀ ਗਲਤੀ 6 ਵਾਰੀਆਂ 'ਚ ਰਿਪੀਟ ਹੋ ਰਹੀ ਹੈ ਤੇ ਫਿਰ ਉਹ 6 ਵਾਰੀਆਂ ਦੀ ਵੀ ਪ੍ਰੈਕਟਿਸ ਦੀ ਫਾਇਦਾ ਨਹੀਂ ਹੈਗਾ। ਤੇ ਇੱਕ ਤੇ ਸਮਾਰਟ ਵਰਕ ਕਰਨਾ, ਗਲਤੀਆਂ ਨੂੰ ਸੁਧਾਰਦੇ ਹੋਏ ਅੱਗੇ ਪ੍ਰੈਕਟਿਸ ਕਰਨੀ ਹੈ। ਤੇ ਦੂਜੀ ਗੱਲ ਹੈ ਕਿ ਹਾਰਡ ਵਰਕ ਜ਼ਰੂਰ ਕਰਨਾ ਹੈ, ਉਹਦੇ ਬਿਨਾਂ ਸੋਲਿਊਸ਼ਨ ਨਹੀਂ ਹੈਗਾ। ਕੁਝ ਬੱਚਿਆਂ ਦੇ ਅਸੀਂ ਜੇ ਕਹਿੰਦੇ ਹਾਂ ਇਹਦੇ ਤੇ ਬਿਨਾਂ ਪੜ੍ਹੇ ਬੈਂਡ ਆ ਗਏ, ਜਿਹੜਾ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਉਹਦੇ ਬਿਨਾਂ ਪੜ੍ਹੇ ਆਏ ਹੈ, ਉਹਨੇ ਆਪਣੀ ਸਕੂਲ ਲਾਈਫ ਵਿੱਚ, ਕਾਲਜ ਲਾਈਫ ਵਿੱਚ, ਐਕਸਟਰਾ ਕਰਿਕੂਲਰ 'ਚ ਜਿਹੜੀ ਮਿਹਨਤ ਕੀਤੀ ਹੈ, ਜਿਹੜੀ ਇੱਥੇ ਕੰਮ ਆ ਗਈ ਹੈ, ਉਹ ਤੁਹਾਨੂੰ ਨਹੀਂ ਪਤਾ। ਬਹੁਤ ਖੂਬ ਵੈਰੀ ਨਾਈਸ। ਤੇ ਸਿਰਫ ਮੈਂ ਤੁਹਾਨੂੰ ਦੱਸਿਆ ਇੰਗਲਿਸ਼ ਲੈਂਗੁਏਜ, ਹੋ ਸਕਦਾ ਉਹਨੇ ਐਗਜ਼ਾਮੀਨੇਸ਼ਨ ਪ੍ਰੈਕਟਿਸ ਕੀਤੀ ਹੋਈ ਹੈ, ਕਿਸੇ ਹੋਰ ਐਗਜ਼ਾਮੀਨੇਸ਼ਨ 'ਚ ਉਹਨੇ ਰੀਡਿੰਗ ਕੰਪਰੀਹੈਂਸ਼ਨ ਦੀ ਪ੍ਰੈਕਟਿਸ ਕੀਤੀ ਹੋਈ, ਉਹ ਇੱਥੇ ਕੰਮ ਆ ਗਈ ਹੈ ਨਾ। ਜੇ ਉਹਨੇ ਕੋਈ ਐਂਟਰੈਂਸ ਐਗਜ਼ਾਮ ਦਿੱਤਾ ਹੈ ਆਪਣਾ, ਜਿੱਦਾਂ ਇੰਜੀਨੀਅਰਿੰਗ ਦਾ ਦਿੱਤਾ ਹੈ, ਤੇ ਉਹਨਾਂ ਨੂੰ ਐਗਜ਼ਾਮ ਟਾਈਮ ਮੈਨੇਜਮੈਂਟ, ਐਗਜ਼ਾਮ ਸਟ੍ਰੈਸ ਮੈਨੇਜ ਕਰਨਾ ਆਉਂਦਾ ਹੈ। ਬਹੁਤ ਚੀਜ਼ਾਂ ਹੁੰਦੀਆਂ। ਹੁਣ ਉਹਦਾ ਕੰਪੈਰੀਜ਼ਨ ਅਸੀਂ ਕਿਸੇ ਬੱਚੇ ਨਾਲ ਕਰ ਲਈਏ ਜਿਹਨੂੰ ਪ੍ਰੈਕਟਿਸ ਦੀ ਲੋੜ ਹੈਗੀ ਹੈ, ਜਿਹਨੇ ਇਹ ਚੀਜ਼ਾਂ ਕਦੀ ਨਹੀਂ ਕੀਤੀਆਂ,
ਤੇ ਉਹਨੂੰ ਤੇ ਮਿਹਨਤ ਦੀ ਲੋੜ ਹੈ ਨਾ। ਤੇ ਇਹ ਕਿਸੇ ਨੂੰ ਕੋਈ ਇਹ ਨਹੀਂ ਹੈਗਾ ਕਿ ਕਿੰਨੇ ਟਾਈਮ ਚ ਕੀਤਾ ਹੈ ਉਹ ਕੋਈ ਮੈਡਲ ਮਿਲ ਜਾਣਾ ਕਿ ਹਾਂਜੀ ਇਹਨੂੰ ਘੱਟ ਟਾਈਮ ਦੀ ਲੋੜ ਪਈ ਹੈ ਇਹਨੂੰ ਜ਼ਿਆਦਾ ਟਾਈਮ ਦੀ, ਕਿਉਂਕਿ ਐਗਜ਼ਾਮ ਨੂੰ ਸਮਝਣ ਦੀ ਲੋੜ ਹੈ। ਜੇ ਆਂਦਾ ਬਹੁਤ ਵਧੀਆ, ਨਹੀਂ ਆਂਦਾ ਤੇ ਸਮਝ ਲਓ। ਤੇ ਹੁਣ ਆਪਾਂ ਆਉਂਦੇ ਆ ਰਾਈਟਿੰਗ ਮੋਡਿਊਲ ਦੇ ਉੱਤੇ। ਰਾਈਟਿੰਗ ਮੋਡਿਊਲ ਕਈ ਲੋਕਾਂ ਨੂੰ, ਜਿੱਦਾਂ ਮੈਨੂੰ ਤਾਂ ਇਹ ਵੀ ਮੈਂ ਨੋਟ ਕੀਤਾ ਹੈ ਕਿ ਬਹੁਤ ਸਾਰਿਆਂ ਦੇ ਆਪਣਾ ਟੇਸਟ ਆ। ਕਿਸੇ ਨੂੰ ਸਪੀਕਿੰਗ ਸੌਖੀ ਲੱਗੀ, ਕਿਸੇ ਨੂੰ ਲਿਸਨਿੰਗ ਸੌਖੀ ਲੱਗੀ, ਕਿਸੇ ਨੂੰ ਰਾਈਟਿੰਗ ਸੌਖੀ ਲੱਗੀ, ਪਰ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਨ੍ਹਾਂ ਨੂੰ ਰਾਈਟਿੰਗਸ ਦੇ ਵਿੱਚ ਵੀ ਦਿੱਕਤਾਂ ਆਈਆਂ। ਸੋ ਆਪਾਂ ਹੁਣ ਰਾਈਟਿੰਗਸ ਦੇ ਟਿਪ ਐਂਡ ਟ੍ਰਿਕਸ ਤੇ ਪਹੁੰਚਦੇ ਹਾਂ। ਹਾਂ, ਰਾਈਟਿੰਗ ਸਭ ਤੋਂ ਜ਼ਿਆਦਾ ਡਰਾਵਨਾ ਟੌਪਿਕ ਸਾਰਿਆਂ ਨੂੰ ਲੱਗਦਾ ਹੈ ਆਇਲਟਸ ਬਾਰੇ। ਜਦੋਂ ਆਇਲਟਸ ਦੀ ਗੱਲ ਕੀਤੀ, ਜਦ ਮੈਂ ਬੜੇ ਬੱਚਿਆਂ ਨੂੰ ਵਿਚਾਰਿਆਂ ਨੂੰ ਬੋਲਦਿਆਂ ਸੁਣਿਆ ਕਿ ਨਹੀਂ ਜੀ ਐਗਜ਼ਾਮੀਨਰ ਦਾ ਮੂਡ ਨਹੀਂ ਸੀ ਠੀਕ, ਇੱਕ ਇੰਨੀ ਦੇਰ ਤੱਕ ਮੈਂ ਸੁਣਿਆ, ਇਸ ਹੱਦ ਤੱਕ ਮੈਂ ਸੁਣਿਆ ਕਿ ਕਈ ਲੋਕ ਕਹਿੰਦੇ ਆ ਕਿ ਨਹੀਂ ਜੀ ਉਹ ਚਾਹੁੰਦੇ ਆ ਅਸੀਂ ਬਾਰ-ਬਾਰ ਐਗਜ਼ਾਮ ਦਈਏ, ਇਸ ਕਰਕੇ ਸਾਡੇ ਰਾਈਟਿੰਗ ਮੋਡਿਊਲ 'ਚ ਨੰਬਰ ਨਹੀਂ ਦਿੰਦੇ। ਲੇਕਿਨ ਇਸ ਤਰ੍ਹਾਂ ਕੁਛ ਨਹੀਂ ਹੈਗਾ, ਬਿਕੋਜ਼ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਐਟਮੋਸਫੀਅਰ ਹੈਗਾ। ਟ੍ਰੇਨਰਸ ਨੂੰ ਆਪਣਾ ਕੰਮ ਪਤਾ ਹੈ। ਸਾਡਾ ਸਕੋਰ ਇਸ ਲਈ ਨਹੀਂ ਆਉਂਦਾ ਰਾਈਟਿੰਗ ਵਿੱਚ ਕਿਉਂਕਿ ਸਾਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਉਹੀ ਗੱਲ ਕਿ ਐਗਜ਼ਾਮੀਨਰ ਚਾਹੁੰਦਾ ਕੀ ਹੈ। ਸਭ ਤੋਂ ਵੱਡਾ ਇੱਕ ਜਿਹੜਾ ਮਿਥ ਹੈ ਉਹ ਮੈਂ ਤੁਹਾਨੂੰ ਅੱਜ ਦੱਸਣਾ ਚਾਹਾਂਗੀ। ਹੁਣ ਤੁਸੀਂ ਇਸ ਵੀਡੀਓ ਤੋਂ ਬਾਅਦ ਜਦੋਂ ਜਾ ਕੇ ਹੋਰ ਵੀਡੀਓਜ਼ ਦੇਖੋਗੇ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿਉਂ ਮੈਂ ਇਹ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ। ਬਿਕੋਜ਼ ਮੈਂ ਨਹੀਂ ਚਾਹੁੰਦੀ ਕਿ ਸਟੂਡੈਂਟਸ ਮਿਸਗਾਈਡ ਹੋਣ। ਸਭ ਤੋਂ ਵੱਡਾ ਇੱਕ ਮਿਥ ਹੈਗਾ ਜਿਹੜਾ ਇੱਕ ਲਿਸਟ ਦੇ ਦਿੱਤੀ ਜਾਂਦੀ ਹੈ ਵੋਕੈਬੂਲਰੀ ਵਰਡਸ ਦੀ ਬੱਚਿਆਂ ਨੂੰ ਯੂਜ਼ ਕਰਨ ਵਾਸਤੇ ਰਾਈਟਿੰਗ ਐਗਜ਼ਾਮਸ ਵਿੱਚ। ਤੁਸੀਂ ਅੱਜ ਆਇਲਟਸ ਸਰਚ ਕਰੋ ਇੰਸਟਾਗ੍ਰਾਮ ਤੇ ਜਾ ਕੇ ਜਾਂ ਕਿਤੇ, ਤੇ ਤੁਹਾਨੂੰ ਲਿਸਟ ਦੀਆਂ ਲਿਸਟ ਮਿਲ ਜਾਣਗੀਆਂ ਕਿ ਇਸ ਵਰਡ ਨੂੰ ਇੱਦਾਂ, ਇਹ ਦਾ ਸਿਨੋਨਿਮ ਹੈ, ਯਾਦ ਕਰ ਲਓ, ਇਹ ਵਰਡ ਦਾ ਇਹ ਸਿਨੋਨਿਮ ਹੈ, ਇਹ ਲਿਸਟਾਂ ਤੁਸੀਂ ਯਾਦ ਕਰ ਲਓ ਤੇ ਤੁਸੀਂ ਰਾਈਟਿੰਗ ਐਗਜ਼ਾਮ 'ਚ ਆਪਣੇ ਇਹ ਯੂਜ਼ ਕਰ ਲਓ ਜਾ ਕੇ। ਉਹ ਤੁਹਾਡਾ ਫਾਇਦੇ ਦੀ ਬਜਾਏ ਨੁਕਸਾਨ ਕਰਾਉਂਦਾ ਹੈ ਬਹੁਤ ਜ਼ਿਆਦਾ। ਅੱਛਾ ਜੀ। ਕਿਉਂਕਿ ਜਦੋਂ ਤੁਸੀਂ ਇੱਕ ਵਰਡ ਦਾ ਸਿਨੋਨਿਮ ਯਾਦ ਕੀਤਾ ਹੈ, ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਉਹਦਾ ਕੰਟੈਕਸਟ ਆਫ ਯੂਜ਼ੇਜ ਨਹੀਂ ਪਤਾ। ਉਹ ਕਿਹੜੇ ਕੰਟੈਕਸਟ ਵਿੱਚ ਕਿਸ ਤਰ੍ਹਾਂ ਗੱਲ ਵਰਤੀ ਜਾ ਸਕਦੀ ਹੈ, ਉਹਦਾ ਕਿੱਦਾਂ ਮੀਨਿੰਗ ਚੇਂਜ ਹੁੰਦਾ ਹੈ, ਉਹਦਾ ਕਿੱਥੇ ਯੂਜ਼ ਕਰਨਾ ਹੈ ਕਿੱਥੇ ਨਹੀਂ ਕਰਨਾ, ਉਹ ਤੇ ਤੁਹਾਨੂੰ ਆਂਦਾ ਨਹੀਂ ਜੀ। ਤੇ ਜੇ ਤੁਸੀਂ ਸੋਚੋ ਕਿ ਅਸੀਂ ਇੱਕ ਲਿਸਟ ਯਾਦ ਕਰਕੇ ਪੇਪਰ 'ਚ ਯੂਜ਼ ਕਰ ਲਾਂਗੇ, ਐਗਜ਼ਾਮੀਨਰ ਨੂੰ 1 ਮਿੰਟ 'ਚ ਦੇਖ ਕੇ ਪਤਾ ਲੱਗ ਜਾਂਦਾ ਕਿ ਤੁਸੀਂ ਯਾਦ ਕੀਤੀਆਂ ਹੋਈਆਂ ਲਿਸਟਾਂ ਤੋਂ ਪੇਪਰ ਦਿੱਤਾ ਹੈ, ਤੁਹਾਨੂੰ ਐਕਚੁਅਲੀ ਨਹੀਂ ਪਤਾ ਕਿ ਇਹ ਚੀਜ਼ ਇੱਥੇ 100% ਫਿੱਟ ਨਹੀਂ ਹੁੰਦੀ। ਆਪਣੀ ਵੋਕੈਬੂਲਰੀ ਯੂਜ਼ ਕਰਨੀ ਹੈ, ਲਿਸਟਾਂ ਯਾਦ ਨਹੀਂ ਕਰਨੀਆਂ। ਆਪਣੀ ਵੋਕੈਬੂਲਰੀ ਯੂਜ਼ ਕਰਨ ਦੀਆਂ ਬਹੁਤ ਸਟ੍ਰੈਟਜੀਜ਼ ਹੁੰਦੀਆਂ, ਆਪਣੀ ਵੋਕੈਬੂਲਰੀ ਐਨਹਾਂਸ ਕਰਨ ਦੀਆਂ, ਜਿਹੜੀ ਅਸੀਂ ਆਪਣੀ ਟ੍ਰੇਨਿੰਗ ਸੈਸ਼ਨਸ ਦਿੰਦੇ ਹਾਂ। ਉਹਨੂੰ ਟਾਈਮ ਲੱਗਦਾ ਹੈ, ਉਹ ਵਿਦ ਟਾਈਮ ਅਸੀਂ ਆਪਣੀ ਵੋਕੈਬੂਲਰੀ ਨੂੰ ਇਨਕਰੀਜ਼ ਕਰਦੇ ਹਾਂ। ਉਹ ਫਿਰ ਅਸੀਂ ਜਿਹੜੇ ਵਰਡਸ ਨਾਲ ਕੌਨਫੀਡੈਂਟ ਹੈਗੇ ਆ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਰਾਈਟਿੰਗ ਵਿੱਚ। ਨੋਟ ਕਿ ਮੈਨੂੰ ਐਗਜ਼ਾਮੀਨਰ ਨੇ ਲਿਸਟ ਦਿੱਤੀ ਸੀਗੀ। ਇੱਕ ਬੜਾ ਕਾਮਨ ਜਿਹਾ ਜੋਕ ਚੱਲਦਾ ਹੈ ਆਇਲਟਸ ਟ੍ਰੇਨਰਸ ਦੇ ਵਿੱਚ ਕਿ ਪਲੈਥੋਰਾ ਹੁੰਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ, ਪਲੈਥੋਰਾ ਆਫ ਥਿੰਗਸ। ਮਤਲਬ ਜੇ ਕਹਿਣਾ ਹੋਵੇ ਕਿ ਲਾਰਜ ਅਮਾਊਂਟ ਆਫ ਜਾਂ ਲਾਰਜ ਕੁਆਂਟੀਟੀ ਆਫ ਸਮਥਿੰਗ ਹੈ ਤੇ ਪਲੈਥੋਰਾ ਆਫ ਥਿੰਗਸ ਲੋਕੀ ਬੋਲ ਦਿੰਦੇ ਆ। ਜ਼ਬਰਦਸਤੀ ਦੇ ਵਰਡ ਅਸੀਂ ਇਹਨਾਂ ਨੂੰ ਕਹਿੰਦੇ ਆ ਵਿੱਚ ਲਗਾਣੇ। ਆਇਲਟਸ ਟ੍ਰੇਨਰਸ ਵੀ ਹਜ਼ਾਰੋਂ ਪੇਪਰ ਚੈੱਕ ਕਰਦੇ ਆ, ਉਹਨਾਂ ਨੂੰ ਪਤਾ ਹੈ ਕਿ ਤੁਸੀਂ ਸਿਰਫ ਜ਼ਬਰਦਸਤੀ ਦੇ ਵਰਡ ਵਿੱਚ ਕਰਿਆ, ਤੁਹਾਡੀ ਆਪਣੀ ਲੈਂਗੁਏਜ ਕੈਪੇਬਿਲਿਟੀ ਇੰਨੀ ਜ਼ਿਆਦਾ ਨਹੀਂ ਹੈਗੀ। ਇਹ ਗੱਲ ਹੈ ਨਾ, ਤੁਸੀਂ ਬਹੁਤ ਸੋਹਣੀ ਕਹੀ ਹੈ। ਇੱਕ ਨਾ ਰਿਵਾਜ ਚੱਲ ਜਾਂਦਾ, ਅੱਜ ਕੱਲ ਇਹ ਵਰਡ ਨਹੀਂ ਇਹ ਵਰਡ ਚੱਲਦਾ, ਤੁਹਾਡਾ ਉਹ ਮਨ ਨਹੀਂ ਵੀ ਕਰਦਾ ਉਹ ਵਰਡ ਬੋਲਣ ਨੂੰ ਉਹਦੀ ਜਗ੍ਹਾ, ਹੈ ਨਾ। ਮੈਂ ਕਿਤੇ ਪੜ੍ਹ ਰਹੀ ਸੀ, ਆਪਾਂ ਸੌਰੀ ਦੀ ਜਗ੍ਹਾ ਪਾਰਡਨ ਹਨਾ ਵਰਡ ਯੂਜ਼ ਕਰਦੇ ਆ। ਸੋ ਬਾਰ-ਬਾਰ ਜਦੋਂ ਕੋਈ ਉਹਨਾਂ ਕੋਲ ਇੰਨੇ ਪੇਪਰ ਪਾਰਡਨ ਦੇ ਹੀ ਪਹੁੰਚ ਰਹੇ ਆ, ਇਟ ਮੀਨਸ ਉਹ ਸਮਝ ਗਏ ਆ। ਬਿਲਕੁਲ 100%। ਨਾਲ ਐਗਜ਼ਾਮੀਨਰਸ ਨਾ ਉਹਨਾਂ ਦਾ ਕੰਮ ਹੈ ਇਹ ਚੀਜ਼ ਕਰਨਾ, ਹੈ ਨਾ, ਇਹ ਪੜ੍ਹਨਾ, ਤੇ ਉਹਨਾਂ ਨੂੰ ਪਤਾ ਹੈ ਕਿ ਕਿੰਨੇ ਆਊਟ ਆਫ ਹੈਬਿਟ ਯੂਜ਼ ਕੀਤਾ ਹੈ ਤੇ ਕਿੰਨੇ ਫੋਰਸਡ ਯੂਜ਼ ਕੀਤਾ ਹੈ। ਜਿੰਨਾ ਤੁਹਾਨੂੰ ਇਫ ਯੂ ਆਰ ਕੰਫਰਟੇਬਲ ਯੂਜ਼ਿੰਗ ਅ ਹਾਈ ਲੈਵਲ ਵੋਕੈਬੂਲਰੀ, ਤੇ ਹੁਣ ਮੈਂ ਜਿੱਦਾਂ ਹੁਣ ਮੈਨੂੰ ਕੋਈ ਵਰਡ ਆਂਦਾ ਹੈ, ਮੈਂ ਉਹਨੂੰ ਸਿੰਪਲੀਫਾਈ ਤਾਂ ਨਹੀਂ ਕਰਾਂਗੀ ਜ਼ਬਰਦਸਤੀ। ਮੈਂ ਕੰਫਰਟੇਬਲ ਹੈਗੀ ਆ ਉਸ ਵਰਡ ਨਾਲ, ਮੈਂ ਯੂਜ਼ ਕਰਾਂਗੀ। ਪਰ ਜੇ ਕਿਸੇ ਨੂੰ ਨਹੀਂ ਆਂਦਾ, ਉਹ ਜ਼ਬਰਦਸਤੀ ਉਹ ਵਰਡ ਨੂੰ ਯੂਜ਼ ਕਰ ਰਿਹਾ, ਉਹ ਡਿਫਰੈਂਸ ਕੰਟੈਕਸਟ ਵਿੱਚ ਸਮਝ ਆ ਜਾਂਦਾ ਹੈ ਕਿ ਇਹ ਜ਼ਬਰਦਸਤੀ ਦਾ ਪਾਇਆ ਗਿਆ ਤੇ ਇਹ ਨੈਚੁਰਲ ਯੂਜ਼ੇਜ ਵਿੱਚ ਆਇਆ। ਜਿੱਦਾਂ ਆਪਾਂ ਰਾਈਟਿੰਗ ਦੀ ਗੱਲ ਕਰ ਰਹੇ ਹਾਂ ਨਾ, ਰਾਈਟਿੰਗਸ ਨੂੰ ਲੈ ਕੇ ਬੱਚਿਆਂ ਨੂੰ ਗਰਾਊਂਡ ਲੈਵਲ ਤੇ ਕਿਹੜੀਆਂ ਦਿੱਕਤਾਂ ਆਉਂਦੀਆਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਸਿਰਫ ਇਹ ਤਾਂ ਸਿਖਾਉਂਦੇ ਰਹਿੰਦੇ, ਆਹ ਕਰ ਲਓ ਆਹ ਕਰ ਲਓ, ਇਹ ਨਹੀਂ ਸਿਖਾਉਂਦੇ ਕੀ ਨਾ ਕਰਿਓ? ਮੈਂ ਤੁਹਾਨੂੰ ਇਹਦੇ ਤੇ ਇੱਕ ਵਰਡ ਹੈਗਾ ਕੰਪਲੈਕਸ, ਜਿਹੜਾ ਆਇਲਟਸ ਦੇ ਨਾ ਜਦੋਂ ਤੁਸੀਂ ਡਾਕੂਮੈਂਟੇਸ਼ਨ ਪੜ੍ਹੋ ਕਿ ਆਇਲਟਸ ਵਿੱਚ ਕਿਸ ਬੇਸ ਤੇ ਤੁਹਾਨੂੰ ਰਾਈਟਿੰਗ ਚੈੱਕ ਕੀਤੀ ਜਾਂਦੀ ਹੈ, ਉਹਦੇ 'ਚ ਇੱਕ ਵਰਡ ਬੱਚੇ ਪੜ੍ਹ ਲੈਂਦੇ ਕੰਪਲੈਕਸ। ਉਹਨੂੰ ਇੰਨਾ ਮਿਸਯੂਜ਼ ਕੀਤਾ ਗਿਆ ਹੈ ਨਾ ਕਿ ਉਹ ਇਨਫੋਰਮੇਸ਼ਨ ਸਟੂਡੈਂਟ ਤੱਕ ਠੀਕ ਤਰ੍ਹਾਂ ਪਹੁੰਚਦੀ ਨਹੀਂ ਹੈਗੀ। ਤੇ ਇਹ ਮਿਥ ਕਲੀਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕੰਪਲੈਕਸ ਲੈਂਗੁਏਜ ਯੂਜ਼ ਕਰਨੀ ਹੈਗੀ ਹੈ ਰਾਈਟਿੰਗ ਵਿੱਚ। ਇਹਦਾ ਕੀ ਮਤਲਬ ਹੈ?
ਕੰਪਲੈਕਸ ਦਾ ਮਤਲਬ ਜਿਹੜਾ ਜਿਸ ਸੈਂਸ ਵਿੱਚ ਆਇਲਸ ਨੇ ਕਿਹਾ ਹੈਗਾ ਕਿ ਕੰਪਲੈਕਸ ਲੈਂਗੁਏਜ ਯੂਜ਼ ਕਰਨੀ ਹੈ, ਉਹਦਾ ਇਹ ਮਤਲਬ ਨਹੀਂ ਹੈਗਾ ਜਿਹੜੀ ਅਸੀਂ ਵੋਕੈਬਲਰੀ ਦੀ ਪਹਿਲਾਂ ਗੱਲ ਕੀਤੀ ਹੈ ਕਿ ਕੋਈ ਹਾਈ ਲੈਵਲ ਵੋਕੈਬਲਰੀ ਤੁਸੀਂ ਯੂਜ਼ ਕਰਨੀ ਹੈ ਜਾਂ ਕੋਈ ਇਹੋ ਜਿਹੀ ਵੋਕੈਬਲਰੀ ਯੂਜ਼ ਕਰਨੀ ਹੈ ਜਿਹੜੀ ਫਾਰਮਲ ਹੋਵੇ, ਬਹੁਤ ਐਕੈਡੈਮਿਕ ਹੋਵੇ, ਮੈਨੂੰ ਵਰਤਣੀ ਵੀ ਨਾ ਆਉਂਦੀ ਹੋਵੇ, ਪਰ ਮੈਂ ਕਰਨੀ ਹੈ, ਹਾਈ ਲੈਵਲ ਹੋਣਾ ਚਾਹੀਦਾ, ਉਹ ਗਲਤ ਹੈ। ਕੰਪਲੈਕਸ ਦਾ ਮਤਲਬ ਉਹਨਾਂ ਦਾ ਜਿਹੜਾ ਹੈਗਾ ਉਹ ਹੈਗਾ ਕਿ ਕੰਪਲੈਕਸ ਗ੍ਰਾਮੈਟੀਕਲ ਸਟਰਕਚਰਸ ਯੂਜ਼ ਕਰਨੇ ਆ। ਹੁਣ ਕੰਪਲੈਕਸ ਗ੍ਰਾਮੈਟੀਕਲ ਸਟਰਕਚਰ ਕੀ ਹੁੰਦਾ ਹੈ? ਜਿੱਦਾਂ ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ ਕੱਲ ਮੈਂ ਦਿੱਲੀ ਜਾਣਾ, ਇੱਕ ਗੱਲ ਹੈ ਤੁਹਾਡੀ, ਸਿੰਪਲ ਸੈਂਟੈਂਸ ਹੈ, ਉਹਦੇ 'ਚ ਇੱਕ ਆਈਡੀਆ ਤੁਸੀਂ ਦਿੱਤਾ ਹੈ। ਉਹਦੇ ਬਦਲ ਜੇ ਤੁਸੀਂ ਕਹੋ ਕਿ ਕੱਲ ਮੈਂ ਦਿੱਲੀ ਜਾਣਾ ਹੈਗਾ ਕਿਉਂਕਿ ਮੈਨੂੰ ਉੱਥੇ ਕੰਮ ਹੈ ਤੇ ਮੈਂ ਉੱਥੇ 3 ਦਿਨ ਲਈ ਰੁਕਾਂਗੀ, ਇਸ ਸੈਂਟੈਂਸ 'ਚ 3 ਆਈਡੀਆਜ਼ ਆ ਗਏ ਨੇ। ਮੈਂ ਦਿੱਲੀ ਜਾਣਾ, ਮੈਨੂੰ ਕੰਮ ਹੈ ਤੇ ਮੈਂ ਉੱਥੇ 3 ਦਿਨ ਲਈ ਇਹ ਕੰਪਲੈਕਸ ਸੈਂਟੈਂਸ ਦਾ ਸਟਰਕਚਰ ਹੈਗਾ। ਓਕੇ, ਵੈਨ ਦੇ ਸੇ ਕਿ ਕੰਪਲੈਕਸ ਲੈਂਗੁਏਜ ਯੂਜ਼ ਕਰਨੀ ਹੈ, ਉਹ ਚੈੱਕ ਕਰ ਰਹੇ ਤੁਸੀਂ ਕੰਪਲੈਕਸ ਸੈਂਟੈਂਸਸ ਬਣਾ ਸਕਦੇ ਹੋ ਕਿ ਨਹੀਂ, ਉਹ ਤੁਹਾਡੀ ਹਾਈ ਲੈਵਲ ਵੋਕੈਬਲਰੀ ਨਹੀਂ ਚੈੱਕ ਕਰ ਰਹੇ, ਉਹ ਚੈੱਕ ਕਰ ਰਹੇ ਕਿ ਤੁਹਾਨੂੰ ਕੰਪਲੈਕਸ ਗ੍ਰਾਮੈਟੀਕਲ ਸਟਰਕਚਰ ਬਣਾਉਣਾ ਆਉਂਦਾ ਹੈ ਕਿ ਨਹੀਂ, ਇੱਕ ਨਾਲੋਂ 2 ਜਾਂ 3 ਆਈਡੀਆਜ਼ ਇੱਕ ਸੈਂਟੈਂਸ 'ਚ ਪਾ ਕੇ ਯੂਜ਼ ਕਰਨੇ ਆਉਂਦੇ ਹੈ ਕਿ ਨਹੀਂ, ਤੇ ਉਹ ਕੰਪਲੈਕਸ ਸਟਰਕਚਰ ਬਣਾਉਣ ਦੇ ਤਰੀਕੇ ਹੁੰਦੇ ਆ। ਉਹ ਅਸੀਂ ਸਿਖਾਉਂਦੇ ਹਾਂ ਕਿ ਐਂਡ ਲਗਾ ਕੇ, ਕੰਜੰਕਸ਼ਨਸ ਲਗਾ ਕੇ ਉਹਨੂੰ ਜੁਆਇਨ ਕਰਨਾ ਹੈ ਤੇ ਉਹਨੂੰ ਵਿਚ ਲਗਾ ਕੇ ਇਨਕਰੀਜ਼, ਕਿੱਦਾਂ ਤੁਸੀਂ ਉਹ ਕੰਪਲੈਕਸ ਸਟਰਕਚਰਸ ਬਣਾਉਣੇ ਹੈ। 2 ਛੋਟੇ ਸੈਂਟੈਂਸਸ, ਕੱਲ ਮੈਂ ਦਿੱਲੀ ਜਾਊਂਗੀ, ਮੈਨੂੰ ਉੱਥੇ ਕੰਮ ਹੈ, ਇਹਦੀ ਬਜਾਏ ਕੱਲ ਮੈਂ ਦਿੱਲੀ ਜਾਊਂਗੀ ਕਿਉਂਕਿ ਮੈਨੂੰ ਉੱਥੇ ਕੰਮ ਹੈ, ਕੰਪਲੈਕਸ ਬਣ ਗਿਆ। ਇਹ ਹੁੰਦਾ ਹੈ ਕੰਪਲੈਕਸ ਸਟਰਕਚਰ। ਹੁਣ ਮਿਕਸ ਕਰਨਾ ਹੁੰਦਾ ਹੈ। ਹੁਣ ਸਾਰੀ ਰਾਈਟਿੰਗ ਤੁਸੀਂ ਕੰਪਲੈਕਸ ਸਟਰਕਚਰਸ ਨਹੀਂ ਦੇ ਸਕਦੇ, ਬੋਰਿੰਗ ਹੋ ਜਾਏਗੀ ਕਿ 3 ਆਈਡੀਆ 2 ਆਈਡੀਆ ਹਰ ਇੱਕ। ਸ਼ਾਰਟ ਤੇ ਲੌਂਗ ਦਾ ਮਿਕਸਚਰ ਹੋਣਾ ਚਾਹੀਦਾ ਹੈ। ਸਾਰੀ ਰਾਈਟਿੰਗ ਸ਼ਾਰਟ ਵਿੱਚ ਹੋਏਗੀ ਤੇ ਉਹਨਾਂ ਨੂੰ ਲੱਗੇਗਾ ਤੁਹਾਨੂੰ ਆਂਦਾ ਨਹੀਂ ਹੈ ਲੈਂਗੁਏਜ, ਸਾਰੀ ਲੌਂਗ ਹੋਏਗੀ ਤੇ ਬੋਰਿੰਗ ਹੋ ਜਾਏਗੀ। ਤੇ ਸ਼ਾਰਟ ਐਂਡ ਲੌਂਗ ਦਾ ਮਿਕਸਚਰ ਕਰਕੇ ਉਹ ਕੰਪਲੈਕਸ ਸਟਰਕਚਰਸ ਚੈੱਕ ਕਰ ਰਹੇ ਹੈ ਕਿ ਤੁਹਾਨੂੰ ਆਂਦੇ ਯੂਜ਼ ਕਰਨੇ ਕਿ ਨਹੀਂ ਆਂਦੇ। ਉਹ ਕੰਪਲੈਕਸ ਲੈਂਗੁਏਜ, ਇਹ ਤੁਸੀਂ ਕਿੰਨੇ ਵੋਕੈਬਲਰੀ ਦੀਆਂ ਲਿਸਟਾਂ ਯਾਦ ਕੀਤੀਆਂ ਉਹ ਨਹੀਂ ਚੈੱਕ ਕਰ ਰਹੇ। ਇਹ ਬਹੁਤ ਵੱਡਾ ਇੱਕ ਮਿੱਥ ਹੈ ਕੰਪਲੈਕਸ ਵਰਡ ਨੂੰ ਲੈ ਕੇ। ਮੇਰੇ ਨਾ ਕਿਸੇ ਨੋਨ ਨੇ ਐਗਜ਼ਾਮ ਦਿੱਤਾ ਆਇਲਸ ਦਾ ਤੇ ਉਹ ਉਹਨਾਂ ਨੂੰ ਆ ਕੇ ਟੈਨਸ਼ਨ ਰਹੀ ਕਿ ਜਿੱਦਾਂ ਟਰੂ ਫਾਲਸ ਲਿਖੀਦਾ ਨਾ, ਉਹ ਕੱਲਾ ਟੀ ਐਂਡ ਐਫ ਲਿਖੀ ਗਏ। ਹੁਣ ਨੰਬਰ ਵੀ ਆ ਗਏ ਆ, ਹੁਣ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਪੂਰਾ ਟਰੂ ਨਹੀਂ ਲਿਖਿਆ। ਉਹਨਾਂ ਨੂੰ ਪਹਿਲਾਂ ਡਰ ਸੀ ਮੈਂ TRUE ਪੂਰਾ ਨਹੀਂ ਲਿਖਿਆ, ਮੇਰੇ ਨੰਬਰ ਘਟ ਜਾਣੇ। ਹੁਣ ਨੰਬਰ ਆ ਗਏ, ਹੁਣ ਇਹਨਾਂ ਨੂੰ ਸਮਝ ਨਹੀਂ ਆਉਂਦੀ ਪਈ ਕਿ ਕੱਲਾ ਟੀ ਲਿਖਣ ਨਾਲ ਨੰਬਰ ਆ ਗਏ ਹੋਗੇ। ਦੇਖੋ ਮੈਂ ਤੁਹਾਨੂੰ ਦੱਸਣੀ ਆ, ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਦੱਸਦੇ ਆ ਨਾ, ਟਾਈਮ ਟੂ ਟਾਈਮ ਇੰਸਟਰਕਸ਼ਨਸ ਚੇਂਜ ਹੁੰਦੀਆਂ ਆਇਲਸ ਦੀਆਂ। ਓਕੇ, ਤੇ ਤੁਹਾਡਾ ਸਭ ਤੋਂ ਪਹਿਲਾ ਕੰਮ ਹੈ ਇੰਸਟਰਕਸ਼ਨਸ ਪੜ੍ਹਨਾ ਤੇ ਇੰਸਟਰਕਸ਼ਨਸ ਨੂੰ ਫੋਲੋ ਕਰਨਾ। ਜੇ ਉੱਥੇ ਲਿਖਿਆ ਹੈਗਾ ਕਿ ਟਰੂ ਲਿਖਣਾ ਹੈਗਾ ਤੇ ਤੁਸੀਂ ਟਰੂ ਲਿਖਣਾ ਹੈ, ਜੇ ਉੱਥੇ ਲਿਖਿਆ ਟੀ ਲਿਖਣਾ ਹੈ ਤੇ ਤੁਸੀਂ ਟੀ ਲਿਖਣਾ ਹੈ। ਓਕੇ, ਹਾਂ, ਮਤਲਬ ਐਗਜ਼ੈਕਟਲੀ ਇੰਸਟਰਕਸ਼ਨਸ ਨੂੰ ਫੋਲੋ ਕਰਨਾ ਹੈਗਾ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਸਾਨੂੰ ਆਨਸਰ ਸ਼ੀਟਸ ਵੀ ਟ੍ਰੇਨਰਸ ਨੂੰ ਜਦੋਂ ਆਉਂਦੀਆਂ ਨਾ, ਤੇ ਉਹਨਾਂ ਦੇ ਉੱਥੇ ਮਾਰਕ ਕੀਤਾ ਹੁੰਦਾ ਬ੍ਰੈਕਟ ਵਾਲਾ ਵਰਡ। ਫੋਰ ਐਗਜ਼ਾਮਪਲ ਜੇ ਤੁਸੀਂ 2 ਵਰਡਸ ਪਾਣੇ ਹੈ, ਦ ਐਨੀਮਲਸ, ਤੇ ਉਹਨਾਂ ਨੇ ਦ ਨੂੰ ਬ੍ਰੈਕਟ ਵਿੱਚ ਪਾਇਆ ਹੋਏਗਾ ਕਿ ਐਨੀਮਲਸ ਵਰਡ ਜ਼ਰੂਰੀ ਹੈ, ਦ ਆਪਸ਼ਨਲ ਹੈ ਨਾ, ਕਿ ਦ ਲਿਖ ਦੋਗੇ ਤਾਂ ਵੀ ਮਾਰਕਸ ਆ ਜਾਣਗੇ ਤੇ ਐਨੀਮਲਸ ਨਹੀਂ ਹੋਏਗਾ ਤੇ ਮਾਰਕਸ ਨਹੀਂ ਆਣਗੇ। ਠੀਕ ਹੈ, ਤੇ ਇਸ ਤਰ੍ਹਾਂ ਤੁਹਾਨੂੰ ਪਹਿਲਾਂ ਤੇ ਕੁਐਸਚਨ ਨੂੰ ਅੰਡਰਸਟੈਂਡ ਕਰਨਾ ਹੈ ਕਿ ਉਹਨਾਂ ਨੇ ਮੈਂਸ਼ਨ ਕੀ ਕੀਤਾ ਹੈ, 100% ਉਹੀ ਫੋਲੋ ਕਰਨਾ ਹੈ। ਉਹ ਉਸ ਵੇਲੇ ਤੁਹਾਡੇ ਆ ਗਏ ਨਹੀਂ ਆ ਗਏ ਉਹਨੇ ਤੇ ਨਹੀਂ ਜਾਣਾ, ਕਿਉਂਕਿ ਹੋ ਸਕਦਾ ਹੈ ਉਸ ਵੇਲੇ ਉਹਨਾਂ ਨੂੰ ਆਪਸ਼ਨਲ ਇੰਸਟਰਕਸ਼ਨਸ ਮਿਲੀਆਂ ਹੋਣ, ਪਰ ਵਿਦ ਟਾਈਮ ਨਾ ਆਇਲਸ ਦਾ ਫਾਰਮੈਟ ਚੇਂਜ ਹੋ ਜਾਂਦਾ ਹੈ, ਉਹ ਸਟ੍ਰਿਕਟ ਹੋ ਜਾਂਦਾ ਹੈ ਕਿ ਅਸੀਂ ਇਹੀ ਲਵਾਂਗੇ ਜਾਂ ਨਹੀਂ ਲਵਾਂਗੇ। ਤੇ ਜੇ ਤੁਹਾਨੂੰ ਉਹਨਾਂ ਨੇ ਇੰਸਟਰਕਸ਼ਨਸ ਦਿੱਤੀਆਂ ਉਹਨਾਂ ਨੂੰ ਤੁਸੀਂ 100% ਫੋਲੋ ਕਰਨਾ ਹੈ। ਅਸਲ ਦੇ ਵਿੱਚ ਨਾ ਇਹ ਗਲਤੀ ਕਿਉਂ ਹੁੰਦੀ ਹੈ, ਜਿੱਦਾਂ ਪੂਰਾ ਟਰੂ ਲਿਖਣਾ ਸੀ ਕੱਲਾ ਟੀ ਲਿਖ ਦਿੱਤਾ। ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਸ਼ਾਰਟ ਲਿਖਣ ਦੀ ਹੈਬਿਟ ਪੈ ਗਈ ਹੋਈ ਹੈ। ਅਸੀਂ ਆਪਣਾ ਫੋਨ ਖੋਲਦੇ ਹਾਂ, ਫੋਨ ਦੇ ਉੱਤੇ ਕੁਝ ਟਾਈਪ ਕੀਤਾ, ਆਟੋ ਕਰੈਕਸ਼ਨ ਆਪਣੇ ਆਪ ਆ ਗਈ। ਛੋਟੇ ਹੁੰਦਿਆਂ ਨੂੰ ਸਾਨੂੰ ਟੀਚਰਸ ਨੇ ਡਿਕਟੇਸ਼ਨ ਕਰਾਈ ਹੈ ਨਾ, ਵਰਡਸ ਸਪੈਲਿੰਗ ਕਰਾਏ, ਕਿੰਨਾ ਕੁਝ ਕਰਾਇਆ ਤਾਂ ਜੋ ਸਾਡੇ ਸੈਂਟੈਂਸਸ ਠੀਕ ਹੋਣ, ਸਾਡੇ ਵਰਡਸ ਠੀਕ ਹੋਣ। ਅੱਜ ਮੈਂ ਆਪਣੇ ਆਪ ਨੂੰ ਵੀ ਵਿੱਚ ਹੀ ਇਨਕਲੂਡ ਕਰਨਾ ਚਾਹੂੰਗੀ। ਮੈਂ ਇਸ ਗੱਲ ਤੋਂ ਨਹੀਂ ਮੁੱਕਰਦੀ ਕਿ ਮੈਂ ਇੱਦਾਂ ਨਹੀਂ ਹੋ ਗਈ। ਮੈਨੂੰ ਪਤਾ ਨਹੀਂ ਕਿੰਨੇ ਸਪੈਲਿੰਗ ਆ ਅੱਜ ਲਿਖਣੇ ਪੈ ਜਾਣ। ਕਦੇ ਉਹਨਾਂ 'ਚ 10 ਵਿੱਚੋਂ 10 ਮਾਰਕਸ ਆਉਂਦੇ ਹੁੰਦੇ ਸੀ ਜਦੋਂ ਪੜ੍ਹਦੇ ਹੁੰਦੇ ਸੀ ਨਾ, 10 ਵਰਡਸ ਆਉਂਦੇ ਹੁੰਦੇ ਸੀ। ਅੱਜ ਮੈਂ ਜਦੋਂ ਲਿਖਦੀ ਹਾਂ ਤੇ ਮੈਨੂੰ ਉਸ ਦੇ ਸਪੈਲਿੰਗ ਨਹੀਂ ਆਉਂਦੇ। ਮੈਂ ਖੁਦ ਮੰਨਦੀ ਹਾਂ ਕਿ ਪਿਜਨ ਦੇ ਸਪੈਲਿੰਗ ਅੱਜ ਤਾਈਂ ਭੁੱਲ ਜਾਂਦੇ ਆ, PEIGIO, ਪਤਾ ਨਹੀਂ ਕੀ ਈ ਅੱਗੇ ਆਉਣਾ, ਆਈ ਉੱਤਣਾ। ਨੋਰਮਲ ਹੁੰਦੀਆਂ ਇਹ ਗੱਲਾਂ। ਟੈਂਪਰੇਚਰ ਦੇ ਸਪੈਲਿੰਗ ਤੁਹਾਨੂੰ ਭੁੱਲਣ ਲੱਗ ਗਏ, ਕਿਉਂ? ਕਿਉਂਕਿ ਤੁਹਾਡੇ ਹੱਥ ਵਿੱਚ ਫੋਨ ਆ ਗਿਆ,
ਤੁਸੀਂ ਟਾਈਪ ਕੀਤਾ, ਹਲੇ TEME ਲਿਖਿਆ, ਉਹਨੇ ਪ੍ਰੇਚਰ ਅੱਗੇ ਟਾਈਪ ਕਰ ਦੇਣਾ। ਬਿਲਕੁਲ। ਸੋ ਤੁਹਾਨੂੰ ਨਾਰਮਲ ਲਾਈਫ ਦੇ ਵਿੱਚ ਵੀ ਇਹ ਪ੍ਰੈਕਟਿਸ ਕਰਨੀ ਪਏਗੀ ਕਿ ਤੁਸੀਂ ਵਰਡਸ ਨੂੰ ਪੂਰਾ ਲਿਖ ਕੇ ਦੇਖੋ ਤਾਂ ਜੋ ਤੁਹਾਡੇ ਸਪੈਲਿੰਗਸ ਗਲਤ ਨਾ ਹੋਣ। ਸਪੈਲਿੰਗਸ ਕਿੰਨੇ ਮੈਟਰ ਕਰਦੇ ਆ ਰਾਈਟਿੰਗ ਦੇ ਵਿੱਚ, ਔਰ ਸ਼ਾਰਟ ਫਾਰਮਸ ਲਿਖਣ ਦੀ ਸਾਨੂੰ ਆਦਤ ਬਹੁਤ ਪੈ ਗਈ ਹੈ। ਸੰਡੇ ਨੂੰ SNDY ਲਿਖ ਰਹੇ ਆ, ਯੂ ਖਾ ਗਏ ਅਸੀਂ ਸੰਡੇ ਦਾ। ਇਹ ਚੀਜ਼ਾਂ ਪੇਪਰ 'ਚ ਬੱਚੇ ਗਲਤੀ ਨਾਲ ਲਿਖ ਦਿੰਦੇ ਆ, ਲਿਖਦੇ ਆ ਤੇ ਇਹਦੇ ਮਾਰਕਸ ਕੱਟਦੇ ਆ। ਇਹ ਬਹੁਤ ਵੱਡੀ ਚੀਜ਼ ਹੈ ਕਿਉਂਕਿ ਸਪੈਲਿੰਗ ਦੇ ਮਾਰਕਸ ਹੁੰਦੇ ਹੈਗੇ, ਗ੍ਰਾਮੈਟੀਕਲ ਐਰਰਸ ਦੇ ਚੋਂ ਕੱਟੇ ਜਾਂਦੇ ਮਾਰਕਸ। ਐਂਡ ਅਸੀਂ ਮੰਨਦੇ ਹਾਂ ਕਿ ਇਹ ਨਾ ਫ੍ਰੀ ਦੇ ਨੰਬਰ ਅਸੀਂ ਵੰਡ ਆਉਂਦੇ ਹਾਂ ਐਗਜ਼ਾਮੀਨਰ ਨੂੰ ਕਿ ਸਾਨੂੰ ਨਹੀਂ ਚਾਹੀਦੇ। ਕਿਉਂਕਿ ਜੇ ਅਸੀਂ ਨਾ ਜਦੋਂ ਟਾਈਮ ਮੈਨੇਜਮੈਂਟ ਸਿਖਾਉਂਦੇ ਹਾਂ ਉਹਦੇ 'ਚ ਅਸੀਂ ਟਾਈਮ ਰੱਖਦੇ ਹਾਂ ਰਿਵਿਊ ਦਾ, ਕਿਉਂਕਿ ਰਿਟਨ ਵਿੱਚ ਕੋਈ ਵੀ ਐਕਸਪਰਟ ਵੀ ਲਿਖੇਗਾ ਗਲਤੀਆਂ ਸਾਰਿਆਂ ਤੋਂ ਹੁੰਦੀਆਂ। ਉਹ ਰਿਵਿਊ ਦਾ ਅਸੀਂ ਜਿਹੜੇ 3 ਮਿੰਟਸ ਰੱਖਦੇ ਹਾਂ ਨਾ ਐਂਡ 'ਚ, ਉਹ ਇਸੇ ਪਾਸੇ ਹੁੰਦੇ ਹੈ ਕਿ ਆਪਣੀ ਸਪੈਲਿੰਗ ਮਿਸਟੇਕਸ ਤੇ ਗ੍ਰਾਮੈਟੀਕਲ ਮਿਸਟੇਕਸ ਤੁਸੀਂ ਠੀਕ ਕਰ ਲਓ ਜਾ ਕੇ। ਅੱਛਾ, ਤੁਸੀਂ ਹੁਣ ਜਿਹੜੀ ਕਹਿ ਰਹੇ ਹੋ ਕਿ ਸਪੈਲਿੰਗ ਮਿਸਟੇਕ ਹੁੰਦੀਆਂ ਤੁਹਾਨੂੰ ਲਿਖ ਕੇ ਦੇਖਣਾ ਚਾਹੀਦਾ, ਮੈਂ ਤੁਹਾਨੂੰ ਕਿਉਂਕਿ ਇੰਗਲਿਸ਼ ਟ੍ਰੇਨਰ ਦੇ ਬੇਸਿਸ ਤੇ ਇੱਕ IELTS ਤੋਂ ਹਟ ਕੇ ਤੁਹਾਨੂੰ ਇੱਕ ਚੀਜ਼ ਮੈਂ ਦੱਸਣਾ ਚਾਹਾਂਗੀ ਇਹਦੇ ਤੇ ਕਿ ਅਸੀਂ ਕੰਨ ਇੱਥੋਂ ਨਹੀਂ ਇੱਥੋਂ ਫੜਾਂਗੇ ਇਹਦਾ। ਤੁਸੀਂ ਕਹਿ ਰਹੇ ਹੋ ਕਿ ਅਸੀਂ ਲਿਖ ਕੇ ਦੇਖੀਏ ਕਿ ਸਾਡੇ ਸਪੈਲਿੰਗ ਮਿਸਟੇਕਸ ਠੀਕ ਹੋ ਜਾਣ ਜੀ, ਉਹ ਬਿਲਕੁਲ ਠੀਕ ਹੈ, ਉਹ ਤੇ ਕਰਨਾ ਹੀ ਹੈ। ਇੱਕ ਹੋਰ ਚੀਜ਼ ਕਰਨੀ ਹੈ, ਰੀਡਿੰਗ। ਓਕੇ, ਰੀਡਿੰਗ ਤੋਂ ਤੁਹਾਡੀ ਸਪੈਲਿੰਗ ਸਟਰਕਚਰਸ ਤੁਹਾਡੇ ਬ੍ਰੇਨ ਵਿੱਚ ਆਟੋਮੈਟਿਕਲੀ ਫੀਡ ਹੋਣੇ ਸ਼ੁਰੂ ਹੋ ਜਾਂਦੇ ਆ। ਜਿੰਨਾ ਤੁਸੀਂ ਰੀਡ ਕਰੋਗੇ ਤੁਹਾਡੀ ਸਪੈਲਿੰਗ, ਮੈਂ ਤੁਹਾਨੂੰ ਬੱਚਿਆਂ ਤੋਂ ਦੱਸਣੀ ਹੈ ਨਾ, ਅਸੀਂ ਜੇ ਬੱਚਿਆਂ ਨੂੰ ਟ੍ਰੇਨ ਕਰਦੇ ਹਾਂ, ਹੁਣੇ ਮੈਂ ਜੋਲੀ ਲਰਨਿੰਗ UK ਦੀ ਸਰਟੀਫਿਕੇਸ਼ਨ ਕੀਤੀ ਹੈ, ਜੋਲੀ ਫੋਨਿਕਸ ਦੀ, ਉਹ ਇਸੇ ਬੇਸ ਤੇ ਅੱਛਾ ਜੀ, ਕਿ ਜਿਹੜੀ ਸਪੈਲਿੰਗ ਹੈਗੀ ਹੈ ਨਾ ਉਹ ਰੀਡਿੰਗ ਨਾਲ ਰਿਲੇਟਡ ਹੈਗੀ ਹੈ। ਰਾਈਟਿੰਗ ਤੇ ਹੈ ਹੀ ਹੈ, ਰਾਈਟਿੰਗ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ, ਲੇਕਿਨ ਕਈ ਵਾਰ ਸੁਣਨ 'ਚ ਤੇ ਲਿਖਣ 'ਚ ਫਰਕ ਹੁੰਦਾ ਹੈ। ਤੇ ਰਾਈਟਿੰਗ ਕਿਸ ਤਰ੍ਹਾਂ ਕਰਨੀ ਹੈ ਉਹ ਉਹਨਾਂ ਨੂੰ ਅਸੀਂ ਸਿਖਾਉਂਦੇ ਹਾਂ। ਸਪੈਲਿੰਗਸ ਛੋਟੇ ਹੁੰਦੇ ਆ, ਸਾਰਿਆਂ ਨੇ ਸਿੱਖੇ ਸਪੈਲਿੰਗਸ, ਪਰ ਉਹਨਾਂ ਨੂੰ ਰੀਇਨਫੋਰਸ ਰੀਡਿੰਗ ਕਰੇਗੀ ਤੇ ਜਿਹੜਾ ਰੀਡ ਕਰਦਾ ਉਹਦੇ ਸਪੈਲਿੰਗ ਮਿਸਟੇਕਸ ਘੱਟ ਹੋਣਗੀਆਂ। ਓਕੇ, ਕਿਉਂਕਿ ਉਹ ਵਰਡਸ ਉਹਦੀ ਅੱਖਾਂ ਤੋਂ ਨਿਕਲ ਰਹੇ ਹੈ। ਕਿਉਂਕਿ ਬਹੁਤ ਸਾਰੇ ਐਸੇ ਵਰਡਸ ਹੁੰਦੇ ਹੈ, ਤੁਸੀਂ ਲਿਸਟਾਂ ਕੱਢੋਗੇ ਤੇ ਕਾਮਨਲੀ ਯੂਜ਼ਡ ਵਰਡਸ ਬਹੁਤ ਹੁੰਦੇ ਆ ਦੁਨੀਆ 'ਚ, ਤੇ ਉਹ ਤੁਹਾਡੀ ਰਾਈਟਿੰਗ ਵਿੱਚ ਆਣਗੇ ਕਿਤੋਂ ਨਾ ਕਿਤੋਂ। ਬਿਲਕੁਲ, ਤੇ ਇਸ ਕਰਕੇ ਤੁਹਾਡੀ ਰੀਡਿੰਗ ਠੀਕ ਹੋਏਗੀ ਤੇ ਤੁਹਾਡੀ ਸਪੈਲਿੰਗ ਇੰਪਰੂਵ ਹੋ ਜਾਏਗੀ। ਬਿਲਕੁਲ ਸਹੀ ਗੱਲ ਹੈ। ਹੁਣ ਤੁਸੀਂ ਦੇਖ ਲਓ ਕੋਈ ਫਿਲਮ ਚੱਲ ਰਹੀ ਹੈ ਵੱਡੇ ਪਰਦੇ ਦੇ ਉੱਤੇ ਜਾਂ ਫੋਨ ਦੇ ਉੱਤੇ ਵੀ ਹੈ ਨਾ, ਅੱਜ ਕੱਲ੍ਹ ਆਪਣੇ ਕੋਲ ਸਾਰਾ ਕੁਝ ਅਵੇਲੇਬਲ ਹੈਗਾ। ਸਾਨੂੰ ਕੋਈ ਟੀਚਰ ਡੰਡੇ ਨਾਲ ਥੋੜੀ ਲਰਨ ਕਰਾਉਂਦਾ, ਦੱਸ ਉਹਦੀ ਕਹਾਣੀ 'ਚ ਕੀ ਹੋਇਆ ਸੀ, ਅਸੀਂ ਦੇਖਿਆ, ਸਾਨੂੰ ਪਤਾ ਲੱਗ ਗਿਆ। ਕਦੇ ਕਿਸੇ ਟੀਚਰ ਨੇ ਕਿਸੇ ਨੂੰ ਧੱਕੇ ਨਾਲ ਗਾਣਾ ਲਰਨ ਕਰਾਇਆ? ਬੱਚਿਆਂ ਨੂੰ ਸਾਰਾ ਗਾਣਾ ਆਉਂਦਾ ਹੁੰਦਾ, ਕਿਉਂਕਿ ਕੁਝ ਚੀਜ਼ਾਂ ਅਸੀਂ ਪ੍ਰੈਕਟਿਸ ਦੇ ਨਾਲ ਆਰਾਮ ਨਾਲ ਕਰ ਲੈਂਦੇ ਹਾਂ। ਹੁਣ ਕੰਪਿਊਟਰ ਆ ਗਿਆ ਰਾਈਟਿੰਗ ਦੇ ਲਈ, ਹੈ ਨਾ, ਉਹਦੇ ਲਈ ਇੱਕ ਟੈਕਨੀਕਲ ਵਰਡ ਵੀ ਯੂਜ਼ ਹੋਣ ਲੱਗ ਗਿਆ, ਆਪਾਂ ਕੀ ਕਹਿੰਦੇ ਆ ਉਹਨੂੰ? ਕੰਪਿਊਟਰ ਡਿਲੀਵਰਡ ਟੈਸਟ ਆ ਗਿਆ ਸਾਡਾ। ਕੰਪਿਊਟਰ ਡਿਲੀਵਰਡ ਟੈਸਟ। ਯਕੀਨ ਮੰਨਿਓ ਮੈਂ ਕਦੇ IELTS ਕੀਤੀ ਨਹੀਂ ਹੈਗੀ ਤੇ ਅੱਜ ਮੈਨੂੰ ਮੈਮ ਨੇ ਹੀ ਦੱਸਿਆ ਕਿ ਇੱਕ ਕੰਪਿਊਟਰ ਡਿਲੀਵਰਡ ਟੈਸਟ ਵੀ ਹੁੰਦਾ ਆ। ਇਹ ਹੁੰਦਾ ਤਾਂ ਰਾਈਟਿੰਗ ਲਈ ਆ, ਜਿੰਨਾ ਤੁਹਾਡੇ ਦੱਸਣ ਤੋਂ ਬਾਅਦ ਮੈਂ ਪੜਿਆ ਜਾਂ ਸੁਣਿਆ, ਸਾਰੇ ਪੂਰਾ ਮੋਡਿਊਲ ਸਾਰਾ ਕੁਝ ਤੁਸੀਂ ਕੰਪਿਊਟਰ ਅੱਛਾ, ਰਾਈਟਿੰਗ ਦਾ ਜਿਹੜਾ ਪੇਪਰ ਆਪਾਂ ਸਾਰਾ ਹੱਥ ਨਾਲ ਲਿਖਦੇ ਆ ਉਹ ਆਪਾਂ ਸਾਰਾ ਕੰਪਿਊਟਰ ਦੇ ਉੱਤੇ ਦੇਣਾ। ਹੁਣ ਕਈਆਂ ਨੂੰ ਟਾਈਪਿੰਗ ਨਹੀਂ ਆਉਂਦੀ, ਪਰ ਫਾਇਦੇ ਵੀ ਬੜੇ ਹੋ ਜਾਣੇ ਕੰਪਿਊਟਰ ਦੇ, ਹਨਾ। ਸੋ ਜਦੋਂ ਤੁਸੀਂ ਡਿਸਕ੍ਰਾਈਬ ਕਰੋਗੇ ਇਹਨਾਂ ਨੂੰ, ਦੋਨੋਂ ਚੀਜ਼ਾਂ ਨੂੰ, ਇਹਦੇ ਬੈਨੀਫਿਟਸ ਔਰ ਮੈਰਿਟ, ਡੀਮੈਰਿਟ ਹਰ ਚੀਜ਼ ਦੇ ਹੁੰਦੇ ਆ, ਕੀ ਕਹੋਗੇ? ਦੇਖੋ, ਕੰਪਿਊਟਰ ਡਿਲੀਵਰਡ ਟੈਸਟ ਨਾ ਪੇਪਰ ਬੇਸਡ ਟੈਸਟ ਹੁੰਦਾ, ਜਿਹੜਾ ਤੁਸੀਂ ਪੇਪਰ ਦੇ ਉੱਪਰ ਲਿਖਦੇ ਹੋ ਜਾ ਕੇ, ਲਿਸਨਿੰਗ, ਰੀਡਿੰਗ, ਰਾਈਟਿੰਗ, ਤੇ ਤੁਹਾਡਾ ਇੱਕ ਫੇਸ ਟੂ ਫੇਸ ਇੱਕ ਪਰਸਨ ਨਾਲ ਸਪੀਕਿੰਗ ਇੰਟਰਵਿਊ ਹੁੰਦਾ, ਉਹ ਹੁੰਦਾ ਪੇਪਰ ਬੇਸਡ। ਕੰਪਿਊਟਰ ਡਿਲੀਵਰਡ ਹੁੰਦਾ ਹੈ ਕਿ ਤੁਹਾਡਾ ਲਿਸਨਿੰਗ, ਰੀਡਿੰਗ, ਰਾਈਟਿੰਗ ਸਾਰਾ ਕੰਪਿਊਟਰ ਤੇ ਹੋ ਰਿਹਾ ਹੈ ਤੇ ਤੁਹਾਡਾ ਵੀਡੀਓ ਕਾਲ ਦੇ ਉੱਪਰ ਤੁਹਾਡੀ ਸਪੀਕਿੰਗ ਦਾ ਟੈਸਟ ਹੁੰਦਾ ਹੈ ਇੱਕ ਰੂਮ ਵਿੱਚ ਜਾ ਕੇ। ਹਾਂਜੀ, ਤੇ ਉਹਨੂੰ ਕੰਪਿਊਟਰ ਡਿਲੀਵਰਡ ਟੈਸਟ ਕਹਿੰਦੇ ਆ। ਹੁਣ ਮੇਰਾ ਸੁਜੈਸ਼ਨ ਹਮੇਸ਼ਾ ਇਹ ਰਹਿੰਦਾ ਕਿ ਜਿਹਨੂੰ ਟਾਈਪਿੰਗ ਕਿਉਂਕਿ ਟਾਈਪਿੰਗ ਆਣੀ ਚਾਹੀਦੀ ਹੈ, ਫਾਸਟ ਟਾਈਪਿੰਗ ਆਣੀ ਚਾਹੀਦੀ ਹੈ, ਨਹੀਂ ਤੇ ਫਿਰ ਤੁਸੀਂ ਉੱਥੇ ਜਾ ਕੇ ਸਲੋ ਟਾਈਪਿੰਗ ਨਾਲ ਆਪਣੇ ਮਾਰਕਸ ਗਵਾ ਦੋਗੇ, ਲੱਭੀ ਜਾਓਗੇ ਨਾ ਕਿੱਥੇ ਗਏ। ਪਰ ਅੱਜ ਕੱਲ ਨਾ ਜਿਹੜਾ ਯੂਥ ਹੈ ਉਹ ਬਹੁਤ ਜ਼ਿਆਦਾ ਕੰਪਿਊਟਰ ਤੇ ਰਹਿੰਦੇ ਆ, ਉਹਨਾਂ ਲਈ ਟਾਈਪਿੰਗ ਇੰਨੀ ਔਖੀ ਚੀਜ਼ ਨਹੀਂ ਹੁੰਦੀ। ਜਾਂ ਤੁਸੀਂ ਕਿਸੇ ਆਫਿਸ ਵਿੱਚ ਕੰਮ ਕਰ ਰਹੇ ਹੋ ਜਿੱਥੇ ਤੁਸੀਂ ਕਾਫੀ ਟਾਈਪਿੰਗ ਕਰਦੇ ਹੋ ਤੇ ਤੁਹਾਨੂੰ ਟਾਈਪਿੰਗ ਇੰਨਾ ਇਸ਼ੂ ਨਹੀਂ ਲੱਗਦਾ, ਉਹਨਾਂ ਵਾਸਤੇ ਕੰਪਿਊਟਰ ਡਿਲੀਵਰਡ ਟੈਸਟ ਮੈਂ ਕਵਾਂਗੀ ਮੇਰੇ ਪਰਸਨਲ ਐਕਸਪੀਰੀਅੰਸ ਤੋਂ। ਹੁਣ ਜਿਹੜਾ ਮੇਰਾ ਲੇਟੈਸਟ ਮੈਂ ਦਿੱਤਾ, ਜਿਹੜੇ ਮੇਰੇ 8.5 ਆਏ ਹੈ ਬੈਂਡ, ਉਹ ਕੰਪਿਊਟਰ ਡਿਲੀਵਰਡ ਟੈਸਟ ਤੋਂ ਆਏ ਹੈ। ਆਈ ਵਾਂਟਡ ਟੂ ਐਕਸਪੀਰੀਅੰਸ ਤਾਂ ਕਿ ਮੈਂ ਦੱਸ ਸਕਾਂ ਕਿ ਕੀ ਡਿਫਰੈਂਸ ਹੈਗਾ ਦੋਨਾਂ 'ਚ, ਤੇ ਉਹ ਬੈਟਰ ਹੈ ਕੰਪਿਊਟਰ ਡਿਲੀਵਰਡ ਉਹਨਾਂ ਵਾਸਤੇ ਜਿਨ੍ਹਾਂ ਨੂੰ ਟਾਈਪਿੰਗ ਆਉਂਦੀ ਹੈ। ਮੈਂ ਤੁਹਾਨੂੰ ਸਭ ਤੋਂ ਵੱਡੀ ਇੱਕ ਗੱਲ ਜਿਹੜੀ ਇੱਕ ਹਵਾ ਬਣੀ ਹੋਈ ਹੈ ਰਾਈਟਿੰਗ ਨੂੰ ਲੈ ਕੇ ਕਿ ਵਰਡ ਲਿਮਿਟ, ਕਿਉਂਕਿ ਵਰਡ ਲਿਮਿਟ ਜੇ ਤੁਸੀਂ ਨਹੀਂ ਮੀਟ ਕੀਤਾ ਤੁਹਾਡਾ ਐਸੇ ਜਿੰਨਾ ਵੀ ਚੰਗਾ ਤੁਹਾਡੇ ਮਾਰਕਸ ਕੱਟੇ ਜਾਣਗੇ। ਸੱਚੀ ਇਦਾਂ ਹੁੰਦਾ ਹੋਏਗਾ ਕਿ ਜੇ ਬਿਲਕੁਲ ਜੇ 250 ਵਰਡ ਉਹਨਾਂ ਨੇ ਕਿਹਾ ਤੇ ਤੁਹਾਡੇ 248 ਵਰਡਸ ਨੇ, ਤੁਹਾਡੇ ਮਾਰਕਸ ਕੱਟੇ ਜਾਣਗੇ। ਤੁਹਾਡਾ ਐਸੇ ਬਹੁਤ ਅੱਛਾ ਹੋ ਸਕਦਾ ਹੈ, ਤੁਸੀਂ ਵਰਡ ਲਿਮਿਟ ਤੋਂ ਘੱਟ ਨਹੀਂ ਲਿਖ ਸਕਦੇ ਕਿਸੇ ਵੀ ਹਾਲ ਵਿੱਚ। ਜ਼ਿਆਦਾ ਲਿਖ ਸਕਦੇ ਆ? ਜ਼ਿਆਦਾ ਲਿਖ ਸਕਦੇ, ਉਹਦੇ ਵੀ ਲਿਮਿਟ ਹੁੰਦੀ ਹੈ
ਕਿ ਮਤਲਬ ਕਿਉਂਕਿ ਜੇ ਤੁਸੀਂ ਬਹੁਤ ਜ਼ਿਆਦਾ ਲਿਖ ਰਹੇ ਹੋ ਜਾਂ ਤਾਂ ਤੁਹਾਡਾ ਟਾਈਮ ਮੈਨੇਜਮੈਂਟ ਨਹੀਂ ਹੋ ਰਿਹਾ ਠੀਕ, ਤੁਸੀਂ ਪਾਰਟ ਮਿਸ ਕਰ ਜਾਓਗੇ, ਜਾਂ ਤੁਹਾਡਾ ਤੁਸੀਂ ਉਹ ਐਕਸਟਰਾ ਚੀਜ਼ਾਂ ਰੈਪੀਟੇਸ਼ਨ ਕਰ ਰਹੇ ਹੋ ਜਿਹਦੀ ਲੋੜ ਨਹੀਂ ਹੈਗੀ। ਥੋੜਾ ਜਿਹਾ ਕ੍ਰਿਸਪ ਐਂਡ ਕੰਕਰੀਟ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਅਸੀਂ ਅਪਰ ਲਿਮਿਟ ਵੀ ਦੱਸ ਦਈਦੀ ਹੈ ਕਿ ਇੰਨਾ ਜਿੱਦਾਂ ਮਤਲਬ 250 ਵਰਡ ਹੈ ਤੇ 280 ਇਜ਼ ਦ ਸੇਫ ਵਨ, 230 ਤੋਂ ਜ਼ਿਆਦਾ ਤੇ ਨਹੀਂ ਲਿਖਣਾ ਚਾਹੀਦਾ, 330 ਤੋਂ ਜ਼ਿਆਦਾ ਨਹੀਂ ਲਿਖਣਾ ਚਾਹੀਦਾ, ਕਿਉਂਕਿ ਉਹ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਐਕਸਟਰਾ ਰੈਪੀਟੇਸ਼ਨ ਕੀਤੀ ਹੈ। ਜਦੋਂ ਆਪਾਂ ਰਾਈਟਿੰਗ ਦਾ ਪੇਪਰ ਕਰਦੇ ਨਾ ਐਸੇ ਮਤਲਬ ਕਿ ਰਿਟਨ ਦੇ ਵਿੱਚ ਲਿਖਦੇ ਆ, ਕੰਪਿਊਟਰ ਤੇ ਨਹੀਂ ਲਿਖਦੇ, ਘੱਟ ਵੱਢ ਹੋ ਜਾਂਦੀ ਹੈ ਨਾ। ਔਰ ਕਿਤੇ ਨਾ ਕਿਤੇ ਬੀਇੰਗ ਅ ਟੀਚਰ ਮੈਂ ਵੀ ਪੜਾਇਆ, ਤੁਸੀਂ ਵੀ ਪੜਾਇਆ, ਆਪਾਂ ਨੂੰ ਵੀ ਪਤਾ ਹੈ ਕਿ ਜਦੋਂ ਕੋਈ ਪੇਪਰ ਆਉਂਦਾ ਕੋਈ ਬੱਚਾ ਬਹੁਤ ਹੀ ਕਚ 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 ਕਰਦਾ, ਦਿਲ ਕਰਦਾ ਕਾਂਟਾ ਮਾਰ। ਹਾਲਾਂਕਿ ਮਾਰੀ ਦਾ ਨਹੀਂ ਕਾਂਟਾ, ਚਲੋ ਬੱਚੇ ਦੀ ਮਿਹਨਤ ਆ, ਪਰ ਯੂ ਨੈਵਰ ਨੋ ਕਿ ਸਾਹਮਣੇ ਵਾਲੇ ਦਾ ਮਾਈਂਡ ਇਸ ਟਾਈਮ ਕਿੱਦਾਂ ਦਾ ਚੱਲ ਰਿਹਾ, ਉਹਨੂੰ ਕਟਿੰਗ ਪਸੰਦ ਆ ਰਹੀ ਆ ਕਿ ਨਹੀਂ ਆ ਰਹੀ। ਇਹ ਵੀ ਬਹੁਤ ਵੱਡਾ ਬੈਨੀਫਿਟ ਹੋਏਗਾ ਕੰਪਿਊਟਰ ਡਿਲੀਵਰ ਟੈਸਟ ਦੇ ਵਿੱਚ ਐਸੇ ਦਾ। ਬਿਲਕੁਲ, ਕਿਉਂਕਿ ਤੁਸੀਂ ਜੇ ਵੀ ਐਡੀਟਿੰਗ ਕਰਨੀ ਹੈਗੀ ਹੈ, ਤੁਸੀਂ ਬਸ ਆਪਣਾ ਉਹ ਲਾਈਨ ਡਿਲੀਟ ਕਰੋ ਤੇ ਉਹਦੇ ਉੱਪਰ ਟਾਈਪ ਕਰ ਦਿਓ, ਹੈ ਨਾ। ਜਿੱਦਾਂ ਅਸੀਂ ਇੱਕ ਵਰਡ ਡਾਕੂਮੈਂਟ ਤੇ ਘਰ 'ਚ ਕੁਝ ਵੀ ਟਾਈਪ ਕਰਦੇ ਹਾਂ ਤੇ ਸਾਨੂੰ ਕੋਈ ਚੀਜ਼ ਚੇਂਜ ਕਰਨੀ ਹੈ, ਆਰਾਮ ਨਾਲ ਉਹ ਕੰਪਿਊਟਰ ਤੋਂ ਅਸੀਂ ਉਸ ਨੂੰ ਡਿਲੀਟ, ਉਸ ਪਾਰਟ ਨੂੰ ਡਿਲੀਟ ਕਰਕੇ ਉੱਥੇ ਨਵੀਂ ਲਾਈਨ ਲਿਖ ਸਕਦੇ ਹਾਂ। ਉਹ ਬੈਨੀਫਿਟ ਤੁਹਾਨੂੰ ਪੇਪਰ ਡਿਲੀਵਰ ਟੈਸਟ 'ਚ ਨਹੀਂ ਮਿਲਦਾ। ਉੱਥੇ ਤੁਹਾਨੂੰ ਕੱਟ ਕਰਕੇ ਅਸੀਂ ਦੱਸੀਦਾ ਬੱਚਿਆਂ ਨੂੰ ਕਿ ਵਿੱਚ ਐਕਸਟਰਾ ਸਪੇਸ ਛੱਡੀ ਦੀ ਹੈ, ਜਿਹਦੇ ਨਾਲ ਤੁਸੀਂ ਜੇ ਕੁਝ ਪੁਆਇੰਟਸ ਐਡ ਕਰਨੇ ਬਾਅਦ 'ਚੋਂ ਤੁਸੀਂ ਕਰ ਸਕਦੇ ਹੋ, ਪਰ ਕਿੰਨੀ ਕੁ ਸਪੇਸ ਹੈ ਨਾ। ਤੇ ਨਾਲ ਤੁਸੀਂ ਬਾਰ-ਬਾਰ ਕੱਟ ਰਹੇ ਹੋ ਤੇ ਉਹ ਤੁਹਾਡਾ ਸਿਰਫ ਐਗਜ਼ਾਮੀਨਰ ਨਹੀਂ ਹੁੰਦਾ, ਤੁਹਾਡਾ ਫਲੋ ਆਫ ਥਾਟ ਵੀ ਬ੍ਰੇਕ ਹੁੰਦਾ ਜਦੋਂ ਤੁਸੀਂ ਉਹਨੂੰ ਰੀਡ ਕਰ ਰਹੇ ਹੋ, ਰਿਵਿਊ ਕਰ ਰਹੇ ਹੋ। ਜੇ ਪਾਰਟ ਕੱਟ ਕੇ ਲਿਖਿਆ ਹੋਇਆ ਹੈ ਤੇ ਤੁਹਾਡਾ ਮਾਈਂਡ ਦਾ ਫਲੋ ਆਫ ਥਾਟ ਜਿਹੜਾ ਹੈ ਉਹ ਬ੍ਰੇਕ ਹੁੰਦਾ ਹੈ। ਇਹ ਕੰਪਿਊਟਰ ਡਿਲੀਵਰ ਟੈਸਟ ਜੇ ਤੁਹਾਡੀ ਟਾਈਪਿੰਗ ਅੱਛੀ ਹੈਗੀ ਹੈ ਤੇ ਤੁਹਾਨੂੰ ਐਡੀਟਿੰਗ ਕਰਨੀ ਬਹੁਤ ਜ਼ਿਆਦਾ ਸਮੂਥ ਹੈ, ਕਿਉਂਕਿ ਬਿਨਾਂ ਕਟਿੰਗ ਦੇ ਐਗਜ਼ਾਮੀਨਰ ਨੂੰ ਰਿਜ਼ਲਟ ਜਾਣਾ। ਸਪੈਲਿੰਗ ਮਿਸਟੇਕਸ ਵੀ ਆਪਾਂ ਫਟਾਫਟ, ਜਿੱਦਾਂ ਫੋਰ ਐਗਜ਼ਾਮਪਲ ਕੁਝ ਲਿਖਦੇ ਆ, ਆਪਣੇ ਕੋਲੋਂ ਸਪੈਲਿੰਗ ਗਲਤ ਹੋ ਗਏ ਹੈ ਨਾ, ਕਟਿੰਗ ਕਰਾਂਗੇ ਤਾਂ ਪਤਾ ਲੱਗ ਜਾਊਗਾ। ਕੰਪਿਊਟਰ ਦੇ ਉੱਤੇ ਆਪਾਂ ਬੈਕ ਸਪੇਸ ਪਾਵਾਂਗੇ, ਟਾਈਪ ਕਰਾਂਗੇ, ਸਾਡੀ ਸਪੈਲਿੰਗ ਮਿਸਟੇਕ ਵੀ ਨਹੀਂ ਹੋਏਗੀ। ਔਰ ਦੂਸਰੀ ਗੱਲ, ਜਦੋਂ ਆਪਾਂ ਐਸੇ ਲਿਖਾਂਗੇ ਤਾਂ ਉੱਤੇ ਆ ਜਾਣਾ ਕਿੰਨੇ ਵਰਡ ਹੋ ਗਏ, ਕੰਪਿਊਟਰ ਨੇ ਆਟੋਮੈਟਿਕਲੀ ਆਪਾਂ ਨੂੰ ਦੱਸ ਦੇਣਾ। ਜਿਹੜਾ ਆਪਾਂ ਰਾਈਟਿੰਗ ਦੇ ਦੌਰਾਨ 1 2 3 4 ਤੋਂ ਲੈ ਕੇ 250 ਤੱਕ ਕਾਊਂਟ ਕਰਨੇ ਆ, ਉਹ ਮੇਰੇ ਹਿਸਾਬ ਨਾਲ ਆਪਣੇ 2-3 ਮਿੰਟ ਈਜ਼ੀ ਵੇ ਦੇ ਨਾਲ ਬਚ ਗਏ। ਬੱਚੇ ਹੁਣ ਮੂਵ ਹੋ ਰਹੇ ਆ ਇਹਦੇ ਵੱਲ ਜਾਂ? ਬਿਲਕੁਲ, ਇਹ ਬਹੁਤ ਵੱਡਾ ਇੱਕ ਬੈਨੀਫਿਟ ਹੈਗਾ ਰਾਈਟਿੰਗ ਦਾ, ਕਿਉਂਕਿ ਇਹ ਵਰਡ ਕਾਊਂਟ, ਵਰਡ ਲਿਮਿਟ ਬਾਰ-ਬਾਰ ਗਿਣਨਾ, ਫਿਰ ਅੰਦਾਜ਼ੇ ਲਗਾਉਣੇ ਪੈਂਦੇ ਕਿ ਇੱਕ ਲਾਈਨ 'ਚ ਇੰਨੇ ਵਰਡਸ ਆਏ ਹੈ ਤੇ ਇੰਨੀਆਂ ਲਾਈਨਾਂ 'ਚ ਕਿੰਨੇ ਆਉਣਗੇ। ਇਹ ਸਭ ਚੀਜ਼ਾਂ ਤੁਹਾਡੀਆਂ ਕਵਰ, ਇਹ ਇੱਕ ਸਿਰਫ ਟਾਈਮ ਦੀ ਗੱਲ ਨਹੀਂ ਹੈਗੀ, ਮੈਂਟਲ ਸਟ੍ਰੈਸ ਦੀ ਗੱਲ ਹੈ। ਇਹ ਸਟ੍ਰੈਸ ਤੁਹਾਡਾ ਕੰਪਿਊਟਰ ਨੇ ਲੈ ਲਿਆ, ਉਹਨੇ ਤੁਹਾਨੂੰ ਦੱਸ ਦੇਣਾ। ਕੀ ਹੁੰਦਾ ਕਿ ਮੇਰੇ ਵਰਗੇ ਕਈ ਲੋਕ ਹੁੰਦੇ ਜਿਹੜੇ ਲਿਮਿਟ ਤੋਂ ਓਵਰ ਜਾਂਦੇ ਆ ਤੇ ਮਤਲਬ ਮੇਰਾ ਲੈਵਲ ਸੀਗਾ ਕਿ ਮੈਂ 400 ਵਰਡ ਤੋਂ ਫਿਰ ਘੱਟ ਕਰਦੀ ਸੀ ਕਿ ਨਹੀਂ ਮਤਲਬ ਕਿ ਇਹ ਤਾਂ ਜ਼ਿਆਦਾ ਲਿਖ ਦਿੱਤਾ, ਮੈਨੂੰ ਉਲਟਾ ਜਾਣਾ ਪੈਂਦਾ ਸੀ। ਮੈਨੂੰ ਫਿਰ ਕੰਪਿਊਟਰ ਦੱਸ ਦਿੰਦਾ ਸੀਗਾ ਕਿ ਇਹ 100 ਵਰਡ ਇੱਥੇ ਇਹ ਪੈਰਾਗ੍ਰਾਫ ਦੇ ਬਣ ਗਏ ਨੇ, ਹੁਣ ਮੈਨੂੰ ਇਹਨੂੰ ਰੈਪ ਅਪ ਕਰਨਾ ਚਾਹੀਦਾ ਹੈ। ਹੁਣ ਮੇਰੇ 150 ਵਰਡ ਹੋ ਗਏ ਨੇ, ਹੁਣ ਮੈਨੂੰ ਇਹ ਸੈਕਿੰਡ ਪੈਰਾਗ੍ਰਾਫ ਤੋਂ ਬਾਅਦ ਥੋੜਾ ਜਿਹਾ ਕੰਕਲੂਜਨ ਵੱਲ ਨੂੰ ਤੁਰਨਾ ਚਾਹੀਦਾ ਹੈ। ਉਹ ਕੰਮ, ਉਹ ਸਿਰਦਰਦੀ ਤੁਹਾਡੀ ਕੰਪਿਊਟਰ ਲੈ ਲੈਂਦਾ ਹੈ ਰਾਈਟਿੰਗ, ਜੇ ਤੁਸੀਂ ਕੰਪਿਊਟਰ ਡਿਲੀਵਰ ਟੈਸਟ 'ਚ ਦਿਓ। ਹੁਣ ਆਪਾਂ ਰੀਡਿੰਗ ਦੇ ਉੱਤੇ ਆ ਜਾਂਦੇ ਆ, ਫਟਾਫਟ ਰੀਡਿੰਗ ਦੇ ਵਹਿਮ ਵੀ ਸਾਡੇ ਦੂਰ ਕਰ ਦਿਓ। ਰੀਡਿੰਗ ਦਾ ਦੇਖੋ ਬਹੁਤ ਸਾਰੀਆਂ ਸਟ੍ਰੈਟਜੀਜ਼ ਤੇ ਟਾਈਮ ਮੈਨੇਜਮੈਂਟ ਹੁੰਦੀਆਂ ਜਿਹੜੀਆਂ ਪੜ੍ਹ ਕੇ ਆ ਸਕਦੀਆਂ। ਸਭ ਤੋਂ ਪਹਿਲਾਂ ਤੇ ਬੱਚੇ, ਅਸੀਂ ਮੇਰੇ ਕੋਲ ਕਦੇ ਵੀ ਕਾਉਂਸਲਿੰਗ ਵਾਸਤੇ ਆਉਂਦੇ, ਅਸੀਂ ਇਹ ਸਮਝਾਉਂਦੇ ਹਾਂ ਕਿ ਰੀਡਿੰਗ ਸਿੱਖਣ ਨੂੰ ਤੇ ਕਰਨ ਨੂੰ ਟਾਈਮ ਲੱਗਦਾ ਹੈ। ਇਹ ਨਾ ਸੋਚੋ ਕਿ ਇੱਕ ਕੰਪਰੀਹੈਂਸ਼ਨ ਹੈਗੀ ਹੈ, ਪੜ੍ਹ ਕੇ ਤੇ ਮੈਂ ਕੁਐਸਚਨ ਹੀ ਆਨਸਰ ਕਰਨੇ ਆ, ਕਿਉਂਕਿ ਉਹਦੇ 'ਚ ਕਾਫੀ ਸਟ੍ਰੈਟਜੀਜ਼, ਘੱਟੋ ਘੱਟ 20 ਘੰਟੇ ਅਸੀਂ ਲਗਾਉਂਦੇ ਹਾਂ ਸਿਰਫ ਰੀਡਿੰਗ ਮੋਡਿਊਲ ਤੇ। ਅੱਛਾ ਜੀ। ਹਾਂ, ਕਿਉਂਕਿ ਉਹਦੇ 'ਚ ਕਾਫੀ ਐਂਡ ਈਜ਼ੀ ਮਾਰਕਸ ਹੈ ਨਾ, ਕਿਉਂਕਿ ਤੁਸੀਂ ਜੇ ਉਹ ਸਟ੍ਰੈਟਜੀ ਫੋਲੋ ਕਰੀ, ਤੁਸੀਂ ਕਿਸੇ ਨੂੰ ਨਾ ਜਾ ਕੇ ਸੁਣਾਉਣਾ ਹੈ ਆਨਸਰ, ਨਾ ਲਿਖ ਕੇ ਦਿਖਾਣਾ ਹੈ, ਤੁਸੀਂ ਆਨਸਰ ਕਰਨਾ ਹੈ ਟੈਕਸਟ ਦੇ ਬੇਸ ਦੇ ਉੱਪਰ, ਤੇ ਤੁਹਾਡੀ ਅੱਜ ਸਟ੍ਰੈਟਜੀਜ਼ ਠੀਕ ਹੈ, ਤੁਹਾਡਾ ਸਕੋਰ ਆ ਸਕਦਾ ਅੱਛਾ। ਤੇ ਉਹ ਕਾਫੀ ਸਟ੍ਰੈਟਜੀਜ਼ ਉਹਦੀਆਂ ਇਨਵੋਲਵ ਹੁੰਦੀ ਹੈ, ਕਿਉਂਕਿ ਰੀਡਿੰਗ ਵਿੱਚ ਨਾ ਟਾਈਮ ਮੈਨੇਜਮੈਂਟ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ। ਕੰਪਰੀਹੈਂਡ ਕਰਨਾ ਕਿਸੇ ਚੀਜ਼ ਨੂੰ 10 ਵਾਰ ਸੋਚ ਕੇ, ਘੰਟਾ ਲਾ ਕੇ ਉਹਦੇ ਆਨਸਰ ਦੇਣਾ ਹੋਰ ਗੱਲ ਹੈ, ਉਹ ਪੂਰੇ ਪੈਸੇਜ ਨੂੰ 20 ਮਿੰਟ ਵਿੱਚ ਸੋਲਵ ਕਰਨਾ ਹੋਰ ਗੱਲ ਹੈ ਨਾ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਜੇ ਤੁਸੀਂ ਆਇਲਟਸ ਦੀ ਤਿਆਰੀ ਅੱਜ ਸੋਚ ਲਿਆ ਮੈਂ ਦੇਣਾ ਪੇਪਰ, ਤਿਆਰੀ ਤੁਸੀਂ ਭਾਵੇਂ ਮਹੀਨੇ ਬਾਅਦ ਸ਼ੁਰੂ ਕਰੋ, ਅੱਜ ਤੁਸੀਂ ਰੀਡਿੰਗ ਸ਼ੁਰੂ ਕਰਨੀ ਹੈ। ਤੇ ਇਹ ਵੈਸੇ ਤੇ ਸਿਰਫ ਆਇਲਟਸ ਦੇ ਐਗਜ਼ਾਮ ਦੇਣ ਵਾਲਿਆਂ ਵਾਸਤੇ ਨਹੀਂ ਹੈ, ਤੇ ਹਰ ਹਿਊਮਨ ਬੀਇੰਗ ਵਾਸਤੇ ਹੈਗਾ ਵੀ। ਸਾਡੀ ਆਪਣੀ ਲਾਇਬ੍ਰੇਰੀ ਹੈਗੀ ਹੈ PPR ਮਾਰਕੀਟ ਵਿੱਚ ਰੀਡਿੰਗ ਦਾ, ਤੇ ਅਸੀਂ ਬਹੁਤ ਜ਼ਿਆਦਾ ਸਾਰਿਆਂ ਨੂੰ ਬੈਨੀਫਿਟ ਹਮੇਸ਼ਾ ਦੱਸਦੇ ਰਹਿੰਦੇ ਹਾਂ। 15 ਮਿੰਟ 10, ਚਲੋ 10 ਹੁੰਦੇ 10, 15 ਹੁੰਦੇ 15, ਰੋਜ਼ ਰੀਡ ਕਰਨਾ ਹੈ। ਤੇ ਕੀ ਰੀਡ ਕਰਨਾ? ਕੁਝ ਵੀ, ਕੋਈ ਪੈਂਫਲੇਟ ਪੜ੍ਹ ਲਓ, ਕੋਈ ਨਿਊਜ਼ਪੇਪਰ ਆਰਟੀਕਲ, ਕੋਈ ਮੈਗਜ਼ੀਨ ਪੜ੍ਹ, ਇੰਗਲਿਸ਼ ਦਾ,
ਤੇ ਕੋਈ ਨਿਊਜ਼ਪੇਪਰ ਆਰਟੀਕਲ ਪਿਆ ਹੈ, ਕੋਈ ਕਾਮਿਕ ਪਈ ਹੈ ਬੱਚੇ ਦੀ, ਕੁਝ ਵੀ ਪੜ੍ਹ ਲਓ, 10 ਮਿੰਟ ਰੀਡਿੰਗ ਸ਼ੁਰੂ ਕਰੋ, ਫਿਰ 15 ਮਿੰਟ ਤੇ ਆ ਜਾਓ। 15 ਮਿੰਟ ਕਰ ਲਓ ਬਹੁਤ ਹੈ, ਫਿਰ 20 ਮਿੰਟ ਚਲੋ, ਜੇ ਤੁਹਾਨੂੰ ਇੰਟਰਸਟ ਬਣ ਗਿਆ ਤੇ ਕਰ ਲਓ। ਰੋਜ਼ ਕਰੋ ਰੀਡਿੰਗ, ਰੋਜ਼ ਕਰੋ। ਉਹੀ ਗੱਲ ਆ ਗਈ ਨਾ ਕਿ ਜਦੋਂ ਆਪਾਂ ਰੀਡਿੰਗ ਕਰਦੇ ਆ ਸਾਨੂੰ ਪਤਾ ਹੈ ਕਿ ਕਿਹੜਾ ਅੱਖਰ ਕਿਵੇਂ ਲਿਖਿਆ ਗਿਆ, ਰੀਡਿੰਗ ਦੇ ਨਾਲ ਸਾਨੂੰ ਸਮਝ ਵੀ ਆਉਣ ਲੱਗੇਗੀ ਉਹਦੀ ਭਾਵਨਾ ਕੀ ਹੈ, ਫਿਰ ਸਾਡੇ ਸਪੈਲਿੰਗਸ ਵੀ ਠੀਕ ਹੋਣ ਲੱਗਣਗੇ। ਸੋ ਹਰ ਚੀਜ਼, ਚਾਹੇ ਉਹ ਲਿਸਨਿੰਗ ਹੈ, ਚਾਹੇ ਉਹ ਰੀਡਿੰਗ ਹੈ, ਚਾਹੇ ਉਹ ਰਾਈਟਿੰਗ ਹੈ, ਚਾਹੇ ਉਹ ਸਪੀਕਿੰਗ ਹੈ, ਸਾਰਿਆਂ ਦੇ ਲਈ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ ਹੈ। ਪਰ ਸਹੀ ਹੋਣਾ ਜ਼ਰੂਰੀ ਹੈ ਇੱਕ ਅਜਿਹੇ ਇੰਸਟੀਟਿਊਸ਼ਨ ਦਾ ਜੋ ਤੁਹਾਨੂੰ ਸਿਖਾਵੇ ਵੀ। ਕਈ ਵਾਰੀ ਦੇਖਿਆ ਕਿ ਆਪਣੇ ਬਹੁਤ ਸਾਰੇ ਓਵਰਆਲ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇੱਦਾਂ ਦੇ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦੇ ਬਹੁਤ ਬਹੁਤ ਨਾਮ ਹੈ, ਪਰ ਬੱਚੇ ਕਹਿ ਦਿੰਦੇ ਅਸੀਂ ਤਾਂ ਉੱਥੇ ਪੜ੍ਹ ਕੇ ਵੀ ਪਾਸ ਨਹੀਂ ਹੋਏ। ਸਹੀ ਇੰਸਟੀਟਿਊਸ਼ਨ ਦਾ ਜਿਹੜਾ ਚੋਣ ਆ ਉਹ ਆਪਾਂ ਕਿੱਦਾਂ ਕਰੀਏ ਆਇਲਟਸ ਕਲੀਅਰ ਕਰਨ ਦੇ ਲਈ? ਦੇਖੋ, ਇਹ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈਗਾ ਤੁਹਾਡਾ ਐਗਜ਼ਾਮ ਦੇਣ ਤੇ, ਕਿ ਤੁਸੀਂ ਤੁਹਾਡੇ ਮਾਰਕਸ ਕਿੰਨੇ ਆ ਰਹੇ ਹੋ ਤੁਹਾਡੇ ਟ੍ਰੇਨਰ ਤੇ ਡਿਪੈਂਡ ਕਰਦਾ। ਇੱਕ ਬਿਲਡਿੰਗ ਤੇ ਉਹਨਾਂ ਡਿਪੈਂਡ ਨਹੀਂ ਕਰਦਾ ਜਿੰਨਾ ਤੁਹਾਨੂੰ ਕਿੰਨੇ ਪੜ੍ਹਾਇਆ ਉਹਦੇ ਤੇ ਕਰਦਾ ਹੈ। ਐਗਜ਼ਾਮਪਲ ਦੇ ਤੌਰ ਤੇ ਲੈ ਲੈਂਦੇ ਆ ਕਿ ਜੇ ਅਸੀਂ ਆਪਰੇਸ਼ਨ ਕਰਨਾ ਸਿੱਖਣਾ ਹੈ ਤੇ ਅਸੀਂ ਉਹਦੇ ਤੋਂ ਹੀ ਸਿੱਖ ਪਾਵਾਂਗੇ ਜਿਹਨੇ ਆਪ ਆਪਰੇਸ਼ਨ ਕੀਤਾ ਹੋਇਆ ਹੈ, ਸਿੱਖਿਆ ਹੋਇਆ ਹੈ, ਤੇ ਜਿਹਨੂੰ ਪਤਾ ਹੈ ਕਿ ਕਿਸ ਤਰ੍ਹਾਂ ਕਰਨਾ ਹੈ, ਤਦ ਹੀ ਉਹ ਸਿਖਾ ਸਕਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਕਰੋ। ਤੇ ਇਸ ਕਰਕੇ ਟ੍ਰੇਨਰ ਤੁਸੀਂ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਵਾਰ ਮੈਂ ਨਾਮ ਨਹੀਂ ਲਵਾਂਗੀ, ਬਹੁਤ ਇੰਸਟੀਟਿਊਸ਼ਨਸ ਹੈਗੇ ਨੇ ਜਿਨ੍ਹਾਂ ਦੇ ਟ੍ਰੇਨਰਸ ਨੇ ਜਾਂ ਤੇ ਆਪ ਆਇਲਸ ਬਹੁਤ ਅੱਛੇ ਨੰਬਰਾਂ ਨਾਲ ਕਲੀਅਰ ਨਹੀਂ ਕੀਤੇ, ਅੱਛਾ ਜੀ, ਤੇ ਜਾਂ ਉਹਨਾਂ ਨੂੰ ਆਇਲਸ ਦੀ ਇਨ ਡੈਪਥ ਨੌਲੇਜ ਜਿਹੜੀ ਹੋਣੀ ਚਾਹੀਦੀ ਹੈ ਇੱਕ ਗੁਰੂ ਨੂੰ, ਉਹ ਨਹੀਂ ਹੈਗੀ। ਤੇ ਅਸੀਂ ਮਤਲਬ ਇੱਕ ਸਟੂਡੈਂਟ ਦਾ ਸਭ ਤੋਂ ਪਹਿਲਾਂ ਹੋਮਵਰਕ ਇਹ ਹੋਣਾ ਚਾਹੀਦਾ ਹੈ ਕਿ ਇੱਕ ਇੰਸਟੀਟਿਊਸ਼ਨ ਆਪਣੇ ਲਈ ਚੂਜ਼ ਕਰਨ ਤੋਂ ਪਹਿਲਾਂ ਕਿ ਕੀ ਮੇਰੇ ਟ੍ਰੇਨਰ ਨੂੰ ਆਂਦਾ ਹੈ ਜੋ ਉਹਨੇ ਮੈਨੂੰ ਸਿਖਾਣਾ। ਕਿਉਂਕਿ ਦੇਖੋ, ਹਰ ਇੱਕ ਹਮੇਸ਼ਾ ਹੁੰਦਾ ਹੈ ਕਿ ਗੁਰੂ ਜਿੰਨਾ ਚੇਲੇ ਦੇ ਬੰਨਾ ਔਖਾ ਹੁੰਦਾ, ਗੁਰੂ ਤੋਂ ਥੋੜਾ ਜਿਹਾ ਥੱਲੇ ਰਹੇਗਾ ਚੇਲਾ। ਤੇ ਹੁਣ ਜੇ ਗੁਰੂ ਨੂੰ ਹੀ ਨਹੀਂ ਆਂਦਾ ਤੇ ਚੇਲੇ ਨੇ ਕਿੱਥੇ ਜਾਣਾ ਹੈ? ਬਿਲਕੁਲ ਹੈ ਨਾ। ਤੇ ਇਸ ਕਰਕੇ ਸਾਨੂੰ ਅੱਛਾ ਇੰਸਟੀਟਿਊਟ ਉਹੀ ਹੈ, ਭਾਵੇਂ ਉਹ ਛੋਟਾ ਹੈ, ਭਾਵੇਂ ਉਹ ਵੱਡਾ ਹੈ, ਭਾਵੇਂ ਉਹ ਸ਼ਹਿਰ 'ਚ ਹੈ, ਭਾਵੇਂ ਉਹ ਪਿੰਡ 'ਚ ਹੈ, ਜਿੱਥੇ ਵੀ ਹੈ, ਅੱਛਾ ਇੰਸਟੀਟਿਊਟ ਉਹ ਹੈ ਜਿਹਦੇ ਟ੍ਰੇਨਰ ਨੂੰ ਤੁਹਾਨੂੰ ਆਇਲਟਸ ਸਿਖਾਉਣਾ ਆਉਂਦਾ ਹੈ, ਜਿਹਨੂੰ ਆਇਲਟਸ ਦੇ ਬਾਰੇ ਪਤਾ ਹੈਗਾ, ਉਹ ਐਗਜ਼ਾਮੀਨਰ ਦੇ ਪੁਆਇੰਟ ਆਫ ਵਿਊ ਪਤਾ ਹੈਗਾ, ਸਾਰੇ ਟ੍ਰਿਕਸ ਐਂਡ ਟਿਪਸ ਐਂਡ ਟ੍ਰਿਕਸ ਪਤਾ ਹੈ ਕਿ ਤੁਹਾਨੂੰ ਉਹ ਠੀਕ ਗਾਈਡੈਂਸ ਕਰ ਸਕੇ। ਮੈਂ ਨਾ ਤੁਹਾਡੀ ਐਗਜ਼ਾਮਪਲ ਦੇ ਨਾਲ ਇੱਕ ਐਗਜ਼ਾਮਪਲ ਜੋੜ ਦਿੰਦੀ ਹਾਂ। ਹੁਣ ਤੁਸੀਂ ਦੇਖੋ, ਕਈ ਵਾਰੀ ਉਸੇ ਹੀ ਬ੍ਰਾਂਡ ਦਾ ਮੇਕਅਪ ਸਲੂਨ ਹੈਗਾ ਜਲੰਧਰ ਦੇ ਵਿੱਚ, ਉਸੇ ਹੀ ਬ੍ਰਾਂਡ ਦਾ ਮੇਕਅਪ ਸਲੂਨ ਹੈਗਾ ਫਗਵਾੜੇ ਦੇ ਵਿੱਚ, ਹੈ ਨਾ। ਲੋਕੀ ਕਹਿ ਦਿੰਦੇ ਫਗਵਾੜੇ ਵਾਲਿਆਂ ਨੇ ਤਾਂ ਠੀਕ ਠੀਕ ਤਿਆਰ ਕੀਤਾ, ਜਲੰਧਰ ਵਾਲਿਆਂ 'ਚੋਂ ਬੜਾ ਤਿਆਰ ਹੋਇਆ, ਹੈ ਨਾ। ਮਸਲਾ ਇਹ ਨਹੀਂ ਹੈ ਕਿ ਉਹ ਕਿਹੜੇ ਬ੍ਰਾਂਡ ਦਾ ਆ, ਮਸਲਾ ਇਹ ਹੈ ਕਿ ਉੱਥੇ ਮੇਕਅਪ ਆਰਟਿਸਟ ਕੌਣ ਆ। ਸੋ ਸੇਮ ਚੀਜ਼ ਆਇਲਸ ਦੇ ਉੱਤੇ ਵੀ ਜਿਹੜੀ ਲਾਗੂ ਹੁੰਦੀ ਹੈ ਕਿ ਤੁਹਾਡਾ ਟ੍ਰੇਨਰ ਕੌਣ ਆ। ਕਈ ਵਾਰੀ ਛੋਟੇ ਜਿਹੇ ਇੰਸਟੀਟਿਊਸ਼ਨ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਦਾ ਟ੍ਰੇਨਰ ਹੋ ਸਕਦਾ। ਸੋ ਥੈਂਕ ਯੂ ਸੋ ਮਚ ਅਨੂ ਕਿਰਨ ਜੀ, ਤੁਸੀਂ ਮਤਲਬ ਦੋਨੋਂ ਪਾਰਟਸ ਦੇ ਵਿੱਚ ਕਮਾਲ ਦੀ ਜਾਣਕਾਰੀ ਦੇ ਦਿੱਤੀ। ਥੈਂਕ ਯੂ ਸੋ ਮਚ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਜੀ। ਪੰਜਾਬ ਮੇਲ USA TV ਦਾ ਪ੍ਰੋਗਰਾਮ ਬੈਠਕ ਵਿਦ ਵਰੁਣ ਕੌਰ ਮਾਨ ਹੁਣ ਇੱਥੇ ਖਤਮ ਹੁੰਦਾ। ਦਿਓ ਆ ਗਿਆ, ਸ਼ੁਕਰੀਆ, ਸਤਿ ਸ੍ਰੀ ਅਕਾਲ।